ਕਨੈਕਟ ਐਫਐਮ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਅੱਜ ਫੇਰ ਇੱਕ ਵਾਰੀ ਗੱਲ ਕਰਾਂਗੇ ਮਨੀਪੁਰ ਦੀ ਹਿੰਸਾ ਦੀ। ਮਨੀਪੁਰ ਦੇ ਵਿੱਚ ਜਿਹੜੀ ਵਾਇਲੈਂਸ ਆ ਜਾਂ ਹਿੰਸਾ ਉਹ ਹਜੇ ਤੱਕ ਵੀ ਖਤਮ ਨਹੀਂ ਹੋਈ। ਹਾਲਾਂਕਿ ਇਹਦਾ ਸੰਗਿਆਨ ਜਾਂ ਇਹਦਾ ਨੋਟਿਸ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਜਾਂ ਭਾਰਤ ਦੇ ਚੀਫ ਜਸਟਿਸ ਸੁਪਰੀਮ ਕੋਰਟ ਦੇ ਚੀਫ ਜਸਟਿਸ ਵੱਲੋਂ ਲੈ ਲਿਆ ਗਿਆ ਡੀ.ਵਾਈ. ਚੰਦਰਚੂੜ। ਉਹਨਾਂ ਨੇ ਇਹਦਾ ਸੰਗਿਆਨ ਲੈ ਲਿਆ, ਇਹਦਾ ਨੋਟਿਸ ਲੈ ਲਿਆ, ਸੂ ਮੋਟੋ ਨੋਟਿਸ ਲੈ ਲਿਆ ਖੁਦ। ਔਰ ਭਾਰਤ ਸਰਕਾਰ ਦੇ ਅਟਾਰਨੀ ਜਨਰਲ ਆਰ ਵੈਂਕਟ ਰਮਨੀ ਜਿਹੜੇ ਕਿ ਅਟਾਰਨੀ ਜਨਰਲ ਆ ਉਹਨਾਂ ਨੂੰ ਬੁਲਾ ਲਿਆ ਤੇ ਨਾਲ ਹੀ ਉਹਨਾਂ ਨੇ ਭਾਰਤ ਦੇ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਵੀ ਬੁਲਾਇਆ ਔਰ ਇਹਨਾਂ ਦੋਨਾਂ ਨੂੰ ਹਦਾਇਤ ਕੀਤੀ ਹੈ ਕਿ ਜਾ ਕੇ ਆਪਣੀ ਸਰਕਾਰ ਨੂੰ ਕਹਿ ਦਿਓ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਤੁਸੀਂ ਦੱਸੋ ਮਨੀਪੁਰ ਦੀ ਹਿੰਸਾ ਨੂੰ ਰੋਕਣ ਲਈ ਜਾਂ ਉੱਥੋਂ ਦੇ ਹਾਲਾਤਾਂ ਨੂੰ ਨਾਰਮਲ ਬਣਾਉਣ ਲਈ ਤੁਸੀਂ ਕੀ ਕਦਮ ਲੈ ਰਹੇ ਹੋ, ਕੀ ਸਟੈਪਸ ਲੈ ਰਹੇ ਹੋ। ਤੇ ਜੇ ਤੁਹਾਡੇ ਤੋਂ ਕੁਝ ਨਾ ਹੋਇਆ, ਯਾਨੀ ਕਿ 28 ਜੁਲਾਈ ਤੱਕ ਕੁਝ ਨਾ ਹੋਇਆ, ਤੇ ਫਿਰ ਮਜਬੂਰਨ ਸਾਨੂੰ ਸਟੈਪ ਇਨ ਕਰਨਾ ਪਊਗਾ ਜਾਂ ਸਾਨੂੰ ਇਸ ਉੱਤੇ ਕਦਮ ਚੁੱਕਣੇ ਪੈਣਗੇ ਇਸ ਹਿੰਸਾ ਨੂੰ ਰੋਕਣ ਲਈ ਜਾਂ ਉੱਥੋਂ ਦੇ ਹਾਲਾਤਾਂ ਨੂੰ ਨਾਰਮਲ ਕਰਨ ਲਈ। ਦੇਖੋ, ਭਾਰਤ ਸਰਕਾਰ ਨੂੰ ਇੱਕ ਖਤਰਾ ਤਾਂ ਜ਼ਰੂਰ ਹੋ ਗਿਆ ਸੀ ਕਿ ਜਿਸ ਤਰ੍ਹਾਂ ਭਾਰਤ ਦੇ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਦਾ ਜੋ ਇਸ ਟਾਈਮ ਐਟੀਟਿਊਡ ਆ ਜਾਂ ਜਿਸ ਤਰ੍ਹਾਂ ਉਹਨਾਂ ਨੇ ਇੱਕ ਤਰ੍ਹਾਂ ਭਾਰਤ ਸਰਕਾਰ ਨੂੰ ਜਾਂ ਨਰਿੰਦਰ ਮੋਦੀ ਦੀ ਸਰਕਾਰ ਨੂੰ ਫਟਕਾਰ ਲਾਈ ਆ, ਕਿਤੇ ਇਹ ਮਨੀਪੁਰ ਦੀ ਸਰਕਾਰ ਨੂੰ ਬਰਖਾਸਤ ਹੀ ਨਾ ਕਰ ਦੇਣ। ਇਹ ਵੀ ਉਹਨਾਂ ਨੂੰ ਇੱਕ ਖਤਰਾ ਸੀ। ਪਰ ਹਾਂ, ਹੁਣ ਮੈਂ ਤੁਹਾਨੂੰ ਅੱਜ ਇਹ ਜ਼ਰੂਰ ਦੱਸੂਗਾ ਕਿ ਇਸ ਮਨੀਪੁਰ ਦੀ ਹਿੰਸਾ ਦਾ ਕਾਰਨ ਕੀ ਆ, ਕਿਉਂ ਇਹ ਇੰਨੀ ਅੱਗ ਵਾਂਗੂ ਫੈਲੀ, ਕਿਉਂ ਇਸ ਨੂੰ ਕੰਟਰੋਲ ਨਹੀਂ ਕੀਤਾ ਗਿਆ। ਕਿ ਜਾਣ ਬੁੱਝ ਕੇ ਜਿਹੜੀ ਉੱਥੋਂ ਦੀ ਸਰਕਾਰ ਸੀ, ਮਨੀਪੁਰ ਦੀ ਸਰਕਾਰ ਸੀ ਜਾਂ ਉੱਥੋਂ ਦੇ ਮੁੱਖ ਮੰਤਰੀ ਸੀ ਐਨ ਬੀਰੇਨ ਸਿੰਘ, ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ, ਕਿ ਜਾਣ ਬੁੱਝ ਕੇ ਉਹਨਾਂ ਨੇ ਇਸ ਹਿੰਸਾ ਨੂੰ ਨਹੀਂ ਰੋਕਿਆ ਜਾਂ ਕਿਤੇ ਨਾ ਕਿਤੇ ਇਸ ਨੂੰ ਹਵਾ ਦਿੱਤੀ। ਇਹਨਾਂ ਸਵਾਲਾਂ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਇਹ ਵੀਡੀਓ ਆ 4 ਮਈ ਦਾ ਵੀਡੀਓ ਜਿਹੜਾ ਸਾਡੇ ਸਾਹਮਣੇ ਆਇਆ, ਇਹ ਆਪਣੇ ਆਪ ਦੇ ਵਿੱਚ ਕੋਈ ਪਹਿਲਾ ਨਹੀਂ ਹੈ ਕਿ ਇਸ ਦੀ ਕਦੇ ਕੋਈ ਕੰਪਲੇਂਟ ਹੀ ਨਹੀਂ ਹੋਈ। ਇਸ ਟਾਈਮ ਸਾਰੇ ਦੇ ਸਾਰੇ ਇਹ ਕਲੇਮ ਕਰ ਰਹੇ ਆ ਕਿ ਦੇਖੋ ਅਸੀਂ ਤਾਂ ਜਿਸ ਤਰ੍ਹਾਂ ਹੀ ਆਇਆ ਅਸੀਂ ਨਾਲ ਦੀ ਨਾਲ ਹੀ ਇਹਦਾ ਸੰਗਿਆਨ ਲੈ ਲਿਆ, ਨਾਲ ਦੀ ਨਾਲ ਹੀ ਅਸੀਂ ਸੋ ਮੋਟੋ ਨੋਟਿਸ ਲੈ ਲਿਆ। ਕਿਤੇ ਨਾ ਕਿਤੇ ਇਹ ਸਾਰੇ ਹੀ, ਚਾਹੇ ਉਹ ਐਨ ਬੀਰੇਨ ਸਿੰਘ ਉੱਥੋਂ ਦੇ ਮੁੱਖ ਮੰਤਰੀ ਹੋਣ ਤੇ ਚਾਹੇ ਨੈਸ਼ਨਲ ਕਮਿਸ਼ਨ ਫਾਰ ਵਿਮਨ, ਜਿਹੜੀ ਉਹ ਔਰਤਾਂ ਦੀ ਸੰਸਥਾ, ਸਾਡੀ ਭਾਰਤ ਦੀ ਸੰਸਥਾ, ਜਿਹਨੂੰ ਇੱਕ ਤਰ੍ਹਾਂ ਦਾ ਸੰਵਿਧਾਨਿਕ ਤੌਰ 'ਤੇ ਸਾਰੀਆਂ ਪ੍ਰੋਵੀਜ਼ਨਸ ਨੇ, ਸਾਰੀਆਂ ਤਾਕਤਾਂ ਨੇ, ਉਹਨਾਂ ਨੇ ਕਿਉਂ ਇਸ ਮਾਮਲੇ ਦਾ ਸੰਗਿਆਨ ਨਹੀਂ ਲਿੱਤਾ ਜਾਂ ਕਿਉਂ ਇਸ ਮਾਮਲੇ 'ਤੇ ਕਾਰਵਾਈ ਨਹੀਂ ਕੀਤੀ, ਇਸ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਤੁਸੀਂ ਦੇਖੋ, ਨੈਸ਼ਨਲ ਕਮਿਸ਼ਨ ਫਾਰ ਵਿਮਨ ਜਿਹੜਾ NCW ਜਿਸ ਨੂੰ ਕਹਿੰਦੇ ਆ ਆਪਾਂ, ਇਸ ਨੂੰ 12 ਜੂਨ ਨੂੰ, 4 ਮਈ ਦੀ ਇਹ ਘਟਨਾ ਤੇ 12 ਜੂਨ ਨੂੰ ਇੱਕ ਈਮੇਲ ਦੇ ਰਾਹੀਂ ਇਸ ਨੂੰ ਜਾਣਕਾਰੀ ਦੇ ਦਿੱਤੀ ਗਈ ਸੀ ਕਿ 4 ਮਈ ਨੂੰ ਮਨੀਪੁਰ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜਿੱਥੇ 2 ਕੁਕੀ ਔਰਤਾਂ ਦਾ ਉਹਨਾਂ ਨੂੰ ਪਹਿਲਾਂ ਨਿਰਵਸਤਰ ਕੀਤਾ, ਉਹਨਾਂ ਦੇ ਕੱਪੜੇ ਸਾਰੇ ਲਵਾ ਕੇ ਉਹਨਾਂ ਨੂੰ ਕਿਸ ਤਰ੍ਹਾਂ ਪੈਰੇਡ ਕਰਵਾਇਆ, ਉਹਨਾਂ ਨੂੰ ਕਿਸ ਤਰ੍ਹਾਂ ਘੁਮਾਇਆ, ਬਾਅਦ ਦੇ ਵਿੱਚ ਉਹਨਾਂ ਦੇ ਨਾਲ ਸੈਕਸੁਅਲੀ ਉਹਨਾਂ ਨੂੰ ਅਬਿਊਜ਼ ਕੀਤਾ, ਉਹਨਾਂ ਦੇ ਨਾਲ ਰੇਪ ਕੀਤਾ। ਤੇ ਉਸ ਤੋਂ ਬਾਅਦ ਇਹ ਸਾਰੀ ਘਟਨਾ ਦੀ ਜਿਹੜੀ ਵੀਡੀਓ ਸੀ ਇਹ ਉਹਨਾਂ ਨੇ ਪਹੁੰਚਾਈ ਵੀ। ਲੇਕਿਨ ਇਸ ਦੇ ਬਾਵਜੂਦ ਇਹਦੇ ਚੇਅਰਪਰਸਨ ਨੇ, ਮੈਂ ਇਹ ਵੀ ਦੱਸਦਾ, ਜਿਹੜੀ ਨੈਸ਼ਨਲ ਕਮਿਸ਼ਨ ਫਾਰ ਵੂਮਨ ਆ, ਰੇਖਾ ਸ਼ਰਮਾ, ਇਹਨਾਂ ਨੇ ਨਾ ਤਾਂ ਇਸ ਈਮੇਲ ਦਾ ਕਿਸੇ ਤਰ੍ਹਾਂ ਦਾ ਕੋਈ ਜਵਾਬ ਦਿੱਤਾ, ਯਾਨੀ ਕਿ ਉਹ ਰਿਸਪੌਂਡ ਹੀ ਨਹੀਂ ਕੀਤਾ, ਤੇ ਨਾ ਹੀ ਐਕਨੋਲੇਜ ਕੀਤਾ ਕਿ ਸਾਨੂੰ ਤੁਹਾਡੀ ਸ਼ਿਕਾਇਤ ਮਿਲ ਗਈ ਆ। 2 ਮਨੀਪੁਰ ਦੀਆਂ ਔਰਤਾਂ ਨੇ ਤੇ ਇੱਕ ਹੈ ਮਨੀਪੁਰ ਟਰਾਈਬਲ ਐਸੋਸੀਏਸ਼ਨ, ਇਹ ਆਦੀਵਾਸੀਆਂ ਦੀ ਐਸੋਸੀਏਸ਼ਨ ਆ। ਇਹਨਾਂ ਨੇ 12 ਜੂਨ ਨੂੰ ਦੱਸਤਾ ਸੀ, ਇਹ ਮੈਂ ਬਾਰ-ਬਾਰ ਤੁਹਾਨੂੰ ਦੱਸ ਰਿਹਾ। ਵੈਸੇ ਅੱਜ ਨਿਊਜ਼ ਲਾਂਡਰੀ ਇੱਕ ਵੈਬ ਪੋਰਟਲ ਆ, ਨਿਊਜ਼ ਵੈਬ ਪੋਰਟਲ ਆ, ਉਹਦੇ ਵਿੱਚ ਇਹ ਰਿਪੋਰਟ ਛਪੀ ਵੀ ਆ। ਉਹਨਾਂ ਨੇ ਕਈ ਚੀਜ਼ਾਂ ਦਾ, ਈਮੇਲਸ ਦਾ, ਸਾਰਿਆਂ ਦਾ ਉਹ ਹਵਾਲਾ ਵੀ ਦਿੱਤਾ, ਬਲਕਿ ਜਿਹੜੀਆਂ ਔਰਤਾਂ ਨੇ ਉਹ ਈਮੇਲ ਲਿਖੀ ਸੀ ਉਸ ਦਾ ਵੀ ਉਹਨਾਂ ਨੇ ਸਬੂਤ ਦਿੱਤਾ ਕਿ ਨੈਸ਼ਨਲ ਕਮਿਸ਼ਨ ਫਾਰ ਵਿਮਨ ਜਿਹੜੀ ਹੁਣ ਬਹੁਤ ਰੌਲਾ ਪਾ ਰਹੀ ਆ, ਇਹਨਾਂ ਨੇ ਬਲਕਿ 20 ਤਰੀਕ ਨੂੰ, ਯਾਨੀ ਕਿ 20 ਜੁਲਾਈ ਨੂੰ, ਬੀਤੇ ਕੱਲ੍ਹ ਜਦੋਂ ਵੀਰਵਾਰ ਨੂੰ ਇਹ ਸਾਰਾ ਵੀਡੀਓ ਜਿਹੜਾ 4 ਮਈ ਵਾਲਾ ਵਾਇਰਲ ਹੋ ਜਾਂਦਾ, ਜਦੋਂ ਪੂਰੀ ਦੁਨੀਆ ਨੂੰ ਸ਼ਰਮਸਾਰ ਕਰਦਾ ਇਸ ਘਟਨਾ ਲਈ ਤੇ ਪੂਰੀ ਦੁਨੀਆ ਨੂੰ ਲੱਗਦਾ ਕਿ ਕੀ ਹੋ ਰਿਹਾ ਮਨੀਪੁਰ ਦੇ ਵਿੱਚ,
ਉਦੋਂ ਜਾ ਕੇ ਇਹ ਨੈਸ਼ਨਲ ਕਮਿਸ਼ਨ ਫॉर ਵਿਮਨ ਹੈ ਜਿਹੜਾ, ਉਹ ਜਾ ਕੇ ਇਹ ਕਹਿੰਦਾ ਦੇਖੋ ਜੀ, ਇਸ ਤਾਂ ਸੂ ਮੋਟੋ ਨੋਟਿਸ ਲੈ ਲਿਆ। ਅਸੀਂ ਤਾਂ ਹੁਣੇ ਡੀਜੀਪੀ ਨਾਲ ਗੱਲ ਕੀਤੀ ਹੈ, ਮਨੀਪੁਰ ਦੇ ਡੀਜੀਪੀ ਨਾਲ, ਤੇ ਉਹਨੂੰ ਕਿਹਾ ਕਿ ਇਸ ਉੱਤੇ ਕਿਸੇ ਤਰ੍ਹਾਂ ਦੀ ਕੋਈ ਅਪਰੋਪਰੀਏਟ ਕਾਰਵਾਈ ਕਰੇ ਜਾਂ ਬਣਦੀ ਕਾਰਵਾਈ ਕਰੇ, ਇਸ ਉੱਤੇ ਕੋਈ ਐਕਸ਼ਨ ਲਵੇ। ਆਪਣੇ ਆਪ ਦੇ ਵਿੱਚ ਇਹ ਗੱਲਾਂ ਬਹੁਤ ਹੈਰਾਨ ਕਰਦੀਆਂ ਨੇ ਕਿ ਕਿਸ ਤਰ੍ਹਾਂ ਇਹ ਸੰਸਥਾਵਾਂ 3 ਮਹੀਨੇ ਚੁੱਪ ਕਰਕੇ ਬੈਠੀਆਂ ਰਹੀਆਂ, ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਨਹੀਂ ਲਿਆ, ਜਦ ਕਿ ਇਹਨਾਂ ਨੂੰ ਪਤਾ ਸੀ ਕਿ ਉੱਥੇ ਲਗਾਤਾਰ ਹਿੰਸਾ ਹੋ ਰਹੀ ਆ। ਮੰਨ ਲਓ ਜੇ ਥੋੜੀ ਦੇਰ ਲਈ ਇਹ ਵੀ ਮੰਨ ਲਈਏ ਕਿ ਜੇ ਇਹਨਾਂ ਕੋਲੇ ਰਿਪੋਰਟ ਨਾ ਗਈ ਹੋਵੇ, 12 ਜੂਨ ਨੂੰ ਜਿਹੜੀ ਇਹਨਾਂ ਨੂੰ ਸ਼ਿਕਾਇਤ ਕਰਤੀ ਸੀ, ਤਾਂ ਇਹਨਾਂ ਦਾ ਫਰਜ਼ ਨਹੀਂ ਸੀ ਕੀ ਬਣਦਾ ਕਿ ਉੱਥੇ ਜਾ ਕੇ ਪਤਾ ਕਰਦੇ। ਜਿਸ ਤਰ੍ਹਾਂ ਦੇ ਉੱਥੇ ਔਰਤਾਂ ਦੇ ਨਾਲ, ਬੱਚਿਆਂ ਨਾਲ ਜੋ ਕੁਝ ਹੋ ਰਿਹਾ ਸੀ, ਇੱਥੋਂ ਤੱਕ ਵੀ ਆਇਆ ਕਿ 15-15 ਸਾਲ 14-14 ਸਾਲਾਂ ਦੀਆਂ ਬੱਚੀਆਂ ਦੇ ਨਾਲ। ਔਰ ਇਸ ਈਮੇਲ ਦੇ ਵਿੱਚ ਇਸੇ ਨੈਸ਼ਨਲ ਕਮਿਸ਼ਨ ਫॉर ਵੂਮਨ ਨੂੰ ਇਹ ਵੀ ਲਿਖਿਆ ਗਿਆ ਕਿ ਇਨਹਿਊਮਨ ਐਕਟਸ ਹੋ ਰਹੇ ਨੇ, ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ, ਅਣਮਨੁੱਖੀ ਘਟਨਾਵਾਂ ਹੋ ਰਹੀਆਂ ਨੇ, ਸੈਕਸੁਅਲ ਵਾਇਲੈਂਸ ਹੋ ਰਹੀ ਆ, ਹਿੰਸਾ ਹੋ ਰਹੀ ਆ, ਅਬਿਊਜ਼ ਹੋ ਰਿਹਾ, ਰੇਪ ਹੋ ਰਹੇ ਨੇ, ਇਸ ਤਰ੍ਹਾਂ ਕਿਡਨੈਪਿੰਗਸ ਹੋ ਰਹੀਆਂ ਨੇ, ਅਗਵਾ ਕੀਤੇ ਜਾ ਰਹੇ ਨੇ। ਔਰ ਇਸ ਤੋਂ ਇਲਾਵਾ ਪਬਲਿਕ ਲਿੰਚਿੰਗਸ, ਇਹ ਵੀ ਗੱਲ ਲਿਖੀ ਉਹਨਾਂ ਨੇ, ਕੁੱਟ-ਕੁੱਟ ਕੇ ਇਹ ਜਿਹੜੇ ਮੌਬ ਸੀ, ਇਹ ਜਿਹੜੀਆਂ ਸਾਰੀਆਂ ਗੈਦਰਿੰਗ ਸੀ, ਲੋਕਾਂ ਦੇ ਇਕੱਠ ਸੀ, ਕਿਸ ਤਰ੍ਹਾਂ ਕੁੱਟ-ਕੁੱਟ ਕੇ ਮਾਰ ਦਿੰਦੇ ਸੀ। ਔਰ ਉਸ ਤੋਂ ਬਾਅਦ ਇਮੋਲੇਸ਼ਨਸ ਵੀ ਹੋ ਰਹੀਆਂ ਸੀ। ਇਮੋਲੇਸ਼ਨਸ ਮਤਲਬ ਕਿ ਲੋਕਾਂ ਨੂੰ ਜਿਉਂਦੇ ਸਾੜਿਆ ਵੀ ਜਾ ਰਿਹਾ ਸੀ। ਇਹ ਘਟਨਾਵਾਂ ਦਾ ਕੀ ਇਹਨਾਂ ਨੂੰ ਪਤਾ ਨਹੀਂ ਸੀ। ਇਸ ਤੋਂ ਬਾਅਦ ਕਤਲ ਹੋ ਰਹੇ ਸੀ, ਇਹ ਵੀ ਸਾਰਾ ਕੁਝ ਸਾਹਮਣੇ ਆਇਆ। ਤੇ ਜਿਹੜੇ ਮੈਤੀ ਨੇ, ਉੱਥੋਂ ਦੇ ਮੈਤੀ ਭਾਈਚਾਰਾ, ਉਹਨਾਂ ਦੇ ਵਿਜੀਲੈਂਟੇ ਗਰੁੱਪਸ ਬਣੇ ਹੋਏ ਸੀ, ਕਿਸ ਤਰ੍ਹਾਂ ਉਹ ਇਨਫੋਰਮ ਕਰਦੇ ਸੀ, ਦੱਸਦੇ ਸੀ। ਵੈਸੇ ਮੈਂ ਤੁਹਾਨੂੰ ਇੱਥੇ ਇਹ ਵੀ ਦੱਸਦਾ ਕਿ ਇਹ ਸਾਰੀ ਜਾਣਕਾਰੀ ਬਹੁਤ ਸਾਰੇ ਸੋਰਸਿਸ ਤੋਂ ਇਕੱਠੀ ਕੀਤੀ ਗਈ ਆ। ਕੁਝ ਪੱਤਰਕਾਰਾਂ ਦੇ ਨਾਲ ਮੇਰੀ ਮਨੀਪੁਰ ਦੇ ਵਿੱਚ ਵੀ ਗੱਲ ਹੋਈ ਆ, ਅਸਾਮ ਦੇ ਪੱਤਰਕਾਰਾਂ ਨਾਲ ਗੱਲ ਹੋਈ ਆ, ਕੁਝ ਅਧਿਕਾਰੀਆਂ ਦੇ ਨਾਲ ਗੱਲ ਹੋਈ ਆ, ਫਿਰ ਜਾ ਕੇ ਇੰਨੀ ਜਾਣਕਾਰੀ ਤੁਹਾਡੇ ਲਈ ਇਕੱਠੀ ਕੀਤੀ ਗਈ ਆ। ਖੈਰ, ਇਸ ਗੱਲ ਨੂੰ ਅਸੀਂ ਜਾਰੀ ਰੱਖਦੇ ਆ। ਵਿਜੀਲੈਂਟੇ ਜਿਹੜੇ ਗਰੁੱਪ ਸੀ, ਉਹ ਲਗਾਤਾਰ ਇਨਫੋਰਮ ਕਰਦੇ ਸੀ ਮਾਈਤੀ ਭਾਈਚਾਰੇ ਨੂੰ, ਜਿਹੜਾ ਉੱਥੇ ਵੱਡੀ ਗਿਣਤੀ ਵਿੱਚ ਆ। ਇਹਦੇ ਬਾਰੇ ਵੀ ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂਗਾ। ਔਰ ਉਸ ਤੋਂ ਬਾਅਦ ਇਹ ਸਾਰੇ ਦਾ ਸਾਰਾ ਮੌਬ, ਸਾਰੇ ਦਾ ਸਾਰਾ ਇਕੱਠ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਜਾਂਦਾ ਸੀ। ਉੱਥੇ ਪਹੁੰਚ ਕੇ ਫਿਰ ਜੋ ਉਹਨਾਂ ਦੇ ਨਾਲ ਦੁਸ਼ਕਰਮ ਹੁੰਦੇ ਸੀ, ਜਿਸ ਤਰ੍ਹਾਂ ਉਹਨਾਂ ਦੇ ਨਾਲ ਧੱਕਾ ਹੁੰਦਾ ਸੀ, ਜਿਸ ਤਰ੍ਹਾਂ ਉਹਨਾਂ ਨੂੰ ਸੈਕਸੁਅਲੀ ਅਬਿਊਜ਼ ਕੀਤਾ ਜਾਂਦਾ ਸੀ, ਮਾਰਿਆ ਕੁੱਟਿਆ ਜਾਂਦਾ ਸੀ, ਰੇਪ ਕੀਤਾ ਜਾਂਦਾ ਸੀ, ਉਹ ਸਾਰਾ ਕੁਝ ਬਿਊਰਾ ਇਹਦੇ ਵਿੱਚ ਦਿੱਤਾ। ਔਰ ਇਸੇ ਤਰ੍ਹਾਂ ਤੁਸੀਂ ਦੇਖੋ, ਕਈ ਔਰਤਾਂ ਜਿਹੜੀਆਂ ਘਰਾਂ ਦੇ ਵਿੱਚ ਸੀ, ਇਹ ਕੁਕੀ ਸਮਾਜ ਦੀਆਂ ਔਰਤਾਂ ਦੀ ਮੈਂ ਗੱਲ ਕਰ ਰਿਹਾ, ਜਿਹੜੀਆਂ ਉਸ ਟਾਈਮ ਆਪਣੀ ਐਡਵਾਂਸ ਸਟੇਜ ਦੇ ਵਿੱਚ ਸੀ, ਪ੍ਰੈਗਨੈਂਸੀ, ਯਾਨੀ ਕਿ ਉਹ ਗਰਭਵਤੀ ਸੀ ਔਰ ਕਿਸੇ ਵਕਤ ਵੀ ਉਹਨਾਂ ਦੀਆਂ ਡਿਲੀਵਰੀਜ਼ ਹੋ ਸਕਦੀਆਂ ਸੀ, ਉਹਨਾਂ ਨੂੰ ਘਰ ਛੱਡ ਕੇ ਭੱਜਣੇ ਪਏ। ਇਸ ਤੋਂ ਇਲਾਵਾ ਜਿਨ੍ਹਾਂ ਦੀਆਂ ਤਾਜ਼ੀਆਂ ਜਿਹੜੀਆਂ ਸਰਜਰੀਜ਼ ਹੋਈਆਂ ਸੀ, ਖਾਸ ਤੌਰ ਤੇ ਜਿਨ੍ਹਾਂ ਨੇ ਆਪਣੇ ਬੇਬੀ ਜਾਂ ਬੱਚਿਆਂ ਨੂੰ ਜਨਮ ਦਿੱਤਾ ਸੀ, ਉਹ ਵੀ ਔਰਤਾਂ ਸੀ, ਉਹਨਾਂ ਨੂੰ ਵੀ ਭੱਜਣਾ ਪਿਆ। ਤੇ ਕਈ ਔਰਤਾਂ ਨੇ ਜਿਹੜੇ ਰਾਹਤ ਕੈਂਪ ਸੀ, ਜਿਹੜੇ ਸ਼ਿਵਰ ਲਾਏ ਹੋਏ ਸੀ, ਉੱਥੇ ਜਾ ਕੇ ਬੱਚਿਆਂ ਨੂੰ ਜਨਮ ਦਿੱਤੇ। ਤਾਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਮਨੀਪੁਰ ਦੇ ਲੋਕ ਕਿੰਨਾ ਹਾਲਾਤਾਂ ਦੇ ਵਿੱਚੋਂ ਗੁਜ਼ਰੇ ਹੋਣਗੇ। ਤੇ ਹੁਣ ਕਹਿੰਦੇ ਆ ਅਸੀਂ ਸੋ ਮੋਟੋ ਨੋਟਿਸ ਲੈ ਲਿਆ। 3 ਮਹੀਨੇ ਤੁਹਾਡੀ ਜ਼ੁਬਾਨ ਨਹੀਂ ਖੁੱਲੀ, 3 ਮਹੀਨੇ ਤੁਸੀਂ ਬੋਲੇ ਨਹੀਂ, ਤੇ ਹੁਣ ਅਚਾਨਕ ਜਦੋਂ ਤੁਹਾਨੂੰ ਲੱਗਾ ਕਿ ਸੁਪਰੀਮ ਕੋਰਟ ਤੋਂ ਸਾਨੂੰ ਝਾੜ ਪੈ ਰਹੀ ਆ ਜਾਂ ਸੁਪਰੀਮ ਕੋਰਟ ਸਾਡੀ ਖਿਚਾਈ ਕਰ ਰਿਹਾ, ਤੇ ਤੁਸੀਂ ਤੋਤੇ ਵਾਂਗੂ ਬੋਲਣ ਲੱਗ ਗਏ, ਸਾਰੇ ਦੇ ਸਾਰੇ ਤੁਸੀਂ ਬੋਲਣ ਲੱਗ ਗਏ। ਅੱਗੇ ਆਓ, ਕਈਆਂ ਨੇ ਤੁਸੀਂ ਦੇਖੋ ਇਹ ਸਾਰਾ ਕੁਝ ਨੈਸ਼ਨਲ ਕਮਿਸ਼ਨ ਫॉर ਵੂਮਨ ਨੂੰ ਦੱਸਿਆ ਗਿਆ, ਲੇਕਿਨ ਇਹਨਾਂ ਨੇ ਕਿਸੇ ਤਰ੍ਹਾਂ ਦੀ ਇਸ ਉੱਤੇ ਕਾਰਵਾਈ ਨਹੀਂ ਕੀਤੀ, ਤੇ ਹੁਣ ਇਹ ਟਵੀਟ ਕਰਦੇ ਫਿਰਦੇ ਆ। ਅੱਗੇ ਆ ਜੋ, ਜਿਹੜੇ ਉੱਥੋਂ ਦੇ ਐਨ ਬੀਰੇਨ ਸਿੰਘ ਮੁੱਖ ਮੰਤਰੀ ਨੇ ਭਾਰਤੀ ਜਨਤਾ ਪਾਰਟੀ ਦੇ, ਇਹਨਾਂ ਦੀ ਬੇਸ਼ਰਮੀ ਦੀ ਵੀ ਹੱਦ ਆ। ਹੈਰਾਨੀ ਹੁੰਦੀ ਹੈ ਕਿ ਇਹ ਵਿਅਕਤੀ ਅੱਜ ਵੀ ਉੱਥੋਂ ਦਾ ਮੁੱਖ ਮੰਤਰੀ ਆ। ਇਸ ਮੁੱਖ ਮੰਤਰੀ ਨੂੰ ਬਰਖਾਸਤ ਕਿਉਂ ਨਹੀਂ ਕੀਤਾ ਗਿਆ? ਪਿਛਲੇ ਦਿਨਾਂ ਦੇ ਵਿੱਚ ਇਹਨੇ ਇੱਕ ਡਰਾਮਾ ਜ਼ਰੂਰ ਕੀਤਾ ਸੀ, ਇੱਕ ਆਪਣਾ ਅਸਤੀਫਾ ਲੈ ਗਏ ਸੀ, ਉੱਥੇ ਇਕੱਠ ਕੀਤਾ ਹੋਇਆ ਸੀ, ਕਹਿੰਦੇ ਜੀ ਮੈਂ ਤਾਂ ਅਸਤੀਫਾ ਦੇਣ ਆਇਆ। ਕੋਈ ਔਰਤ ਸੀ ਅੱਗੇ ਆਈ, ਆ ਕੇ ਅਸਤੀਫਾ ਪਾੜਤਾ, ਮੁੜ ਕੇ ਕਹਿੰਦੇ ਜੀ ਹੁਣ ਤਾਂ ਲੋਕੀ ਮੰਨਦੇ ਆ, ਮੈਨੂੰ ਅਸਤੀਫਾ ਦੇਣਾ ਨਹੀਂ ਚਾਹੀਦਾ। ਇਸ ਤਰ੍ਹਾਂ ਦੇ ਹਾਲਾਤ ਲੋਕਾਂ ਨੂੰ ਇਹ ਬੇਵਕੂਫ ਸਮਝਦੇ ਆ। ਇੱਕ ਇੰਟਰਵਿਊ ਦੇ ਵਿੱਚ ਇਹ ਕਹਿ ਰਹੇ ਆ, ਕਹਿੰਦੇ ਦੇਖੋ ਅਸੀਂ ਤਾਂ ਸੂ ਮੋਟੋ ਨੋਟਿਸ ਲੈ ਲਿਆ, ਕੱਲ ਕਹਿ ਰਹੇ ਸੀ ਅਸੀਂ ਇੱਕ ਬੰਦਾ ਫੜ ਲਿਆ, ਅੱਜ ਕਹਿੰਦੇ ਹੁਣ ਅਸੀਂ 5 ਬੰਦੇ ਵੀ ਫੜ ਲਏ। ਜਿਸ ਨੇ ਜਾਂ ਜਿਹੜੇ ਵਿਅਕਤੀ ਉਸ 4 ਮਈ ਦੀ ਘਟਨਾ ਜਿਹਦੇ ਵਿੱਚ 2 ਕੁੜੀਆਂ
ਜਿਨ੍ਹਾਂ ਨੂੰ ਨਿਰਵਸਤਰ ਕਰਕੇ ਪੈਰੇਡ ਕਰਵਾਇਆ ਗਿਆ ਸੀ, ਕਹਿੰਦੇ ਉਸ ਤੋਂ ਅਸੀਂ ਫੜ ਲਿਆ। ਹੁਣ ਕਿਵੇਂ ਤੁਹਾਡੇ ਤੋਂ ਐਕਸ਼ਨ ਹੋ ਗਿਆ? ਖੈਰ, ਇਹ ਇੰਡੀਆ ਟੂਡੇ ਦੇ ਇੱਕ ਚੈਨਲ ਨੂੰ ਇੰਟਰਵਿਊ ਦੇ ਰਹੇ ਸੀ ਤੇ ਟੀਵੀ ਦੇ ਉਸ ਐਂਕਰ ਇਹਨਾਂ ਨੂੰ ਪੁੱਛਦੇ ਆ ਕਿ ਕੀ ਸਾਨੂੰ ਇਹ ਦੱਸੋ ਕਿ ਇਹ ਘਟਨਾ ਬਾਰੇ ਤੁਹਾਨੂੰ ਪਤਾ ਨਹੀਂ ਸੀ, ਤੇ ਜੇ ਪਤਾ ਸੀ ਤਾਂ ਤੁਸੀਂ ਕੀਤਾ ਕਿਉਂ ਨਹੀਂ ਕੁਝ? ਤੇ ਇਹ ਐਨ ਬਰੇਨ ਸਿੰਘ ਉੱਥੋਂ ਦੇ ਮੁੱਖ ਮੰਤਰੀ ਪਤਾ ਕੀ ਕਹਿੰਦੇ ਆ? ਕਹਿੰਦੇ ਤੁਹਾਨੂੰ ਤਾਂ ਗਰਾਊਂਡ ਰਿਐਲਿਟੀ ਪਤਾ ਹੀ ਨਹੀਂ, ਤੁਸੀਂ ਕੀ ਜਾਣਦੇ ਹੋ ਕਿ ਉੱਥੋਂ ਦੇ ਹਾਲਾਤ ਕੀ ਆ? ਕਹਿੰਦੇ ਜਿਹੜੀ ਤੁਸੀਂ 4 ਮਈ ਦੀ ਵੀਡੀਓ ਦੀ ਗੱਲ ਕਰਦੇ ਹੋ, ਇਹੋ ਜਿਹੀਆਂ ਤਾਂ ਕਈ 100 ਘਟਨਾਵਾਂ ਉੱਥੇ ਹੋਈਆਂ, ਇਹੋ ਜਿਹੀਆਂ ਘਟਨਾਵਾਂ ਦੀਆਂ ਤਾਂ ਕਈ ਹਜ਼ਾਰਾਂ FIRs ਦਰਜ ਹੋਈਆਂ, ਕੇਸ ਦਰਜ ਹੋਈਆਂ। ਤੇ ਐਂਕਰ ਉਹ ਸੁਣ ਕੇ ਸੁੰਨ ਰਹਿ ਗਿਆ। ਇਹ ਸਾਰੀ ਦੀ ਸਾਰੀ ਤੁਸੀਂ ਵੀਡੀਓ, ਇਹ ਇੰਡੀਆ ਟੂਡੇ ਚੈਨਲ ਦੀ ਮੈਂ ਗੱਲ ਕਰ ਰਿਹਾ, ਉਹ ਬੜਾ ਹੈਰਾਨ ਹੋਇਆ ਕਿ ਇਸ ਤਰ੍ਹਾਂ ਦੀਆਂ 100 ਘਟਨਾਵਾਂ ਹੋ ਗਈਆਂ ਤੇ ਇਸ ਮੁੱਖ ਮੰਤਰੀ ਨੂੰ ਪਤਾ ਵੀ ਨਾ ਹੋਵੇ। ਉਹਨੇ ਫਿਰ ਦੁਬਾਰਾ ਸਵਾਲ ਪੁੱਛਿਆ। ਉਹ ਕਹਿੰਦੇ ਜੇ ਤੁਹਾਨੂੰ ਪਤਾ ਸੀ ਤੇ ਫਿਰ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਿਉਂ ਨਹੀਂ ਕੀਤੀ, ਉਹਨਾਂ ਤੇ ਐਕਸ਼ਨ ਕਿਉਂ ਨਹੀਂ ਲਿਆ? ਤੇ ਫਿਰ ਪਤਾ ਕੀ ਕਹਿੰਦੇ? ਪੁਲਿਸ ਆਪਣਾ ਕੰਮ ਕਰ ਰਹੀ ਆ। ਜਦੋਂ ਇਹ ਪੋਲੀਟੀਸ਼ੀਅਨਸ ਜਾਂ ਜਦੋਂ ਇਹ ਚੀਫ ਮਿਨਿਸਟਰਸ ਜਿਹੜੇ ਆਪਣੇ ਆਪ ਨੂੰ ਮੁੱਖ ਮੰਤਰੀ ਕਹਾਉਂਦੇ ਆ, ਜਦੋਂ ਇਹਨਾਂ ਨੂੰ ਕੋਈ ਜਵਾਬ ਨਹੀਂ ਆਉਂਦਾ ਤੇ ਫਿਰ ਇਹ ਕਹਿ ਦਿੰਦੇ ਨੇ ਕਿ ਪੁਲਿਸ ਜਾਂ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਜਾਂ ਕਾਨੂੰਨ ਆਪਣਾ ਕੰਮ ਕਰ ਰਿਹਾ। ਕਾਨੂੰਨ ਨੇ ਜੇ ਕੰਮ ਕੀਤਾ ਹੁੰਦਾ ਤੇ ਪਿਛਲੇ 3 ਮਹੀਨਿਆਂ ਦੇ ਦੌਰਾਨ ਇਹ ਹਾਲਾਤ ਨਹੀਂ ਸੀ ਪੈਦਾ ਹੋਣੇ। ਹੁਣ ਨਰਿੰਦਰ ਮੋਦੀ ਵੀ ਬੋਲਦੇ ਆ, ਕਹਿੰਦੇ 140 ਕਰੋੜ ਲੋਕਾਂ ਨੂੰ ਸ਼ਰਮਸਾਰ ਕਰਤਾ ਘਟਨਾ ਨੇ। ਸ਼ਰਮਸਾਰ ਤਾਂ ਕਰਤਾ, ਸ਼ਰਮਸਾਰ ਤਾਂ ਪੂਰੀ ਸਰਕਾਰ ਨੂੰ ਹੋਣਾ ਚਾਹੀਦਾ, ਕੇਂਦਰ ਸਰਕਾਰ ਨੂੰ ਵੀ ਹੋਣਾ ਚਾਹੀਦਾ ਤੇ ਨਾਲ ਦੀ ਨਾਲ ਮਨੀਪੁਰ ਦੀ ਸਰਕਾਰ ਨੂੰ ਵੀ ਹੋਣਾ ਚਾਹੀਦਾ। ਪਰ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਹ ਦੱਸਣਾ ਚਾਹੀਦਾ ਭਾਰਤ ਦੇ ਲੋਕਾਂ ਨੂੰ ਕਿ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ, ਤੁਸੀਂ ਇੰਨੀ ਦੇਰ ਚੁੱਪ ਕੇ ਰਹੇ ਹੋ, ਤੁਸੀਂ ਲਗਾਤਾਰ ਆਪਣੇ ਮਨ ਕੀ ਬਾਤ ਕਰਦੇ ਹੋ, ਇਸ ਘਟਨਾ ਤੇ ਤੁਸੀਂ ਬੋਲੇ ਨਹੀਂ ਤੇ ਤੁਸੀਂ ਅੱਜ ਤੱਕ ਮਨੀਪੁਰ ਦੇ ਵਿੱਚ ਵਿਜ਼ਿਟ ਕਿਉਂ ਨਹੀਂ ਕੀਤਾ, ਗਏ ਕਿਉਂ ਨਹੀਂ? ਆਪਣੇ ਤੁਸੀਂ ਜਿਹੜੇ ਖਾਸਮ ਖਾਸ ਨੇ ਗ੍ਰਹਿ ਮੰਤਰੀ ਆ ਅਮਿਤ ਸ਼ਾਹ ਨੂੰ ਤਾਂ ਉੱਥੇ ਭੇਜਤਾ 4 ਦਿਨਾਂ ਲਈ, ਪਰ ਉਹ ਤਾਂ ਕੁਝ ਕਰਕੇ ਨਹੀਂ ਆਏ। ਹਿੰਸਾ ਤਾਂ ਉਸੇ ਤਰ੍ਹਾਂ ਹੁੰਦੀ ਰਹੀ। ਤੇ ਜੇ ਹੁਣ ਤੁਸੀਂ ਦੇਖੋ ਸਮ੍ਰਿਤੀ ਇਰਾਨੀ, ਇਹ ਯੂਨੀਅਨ ਮਿਨਿਸਟਰ ਨੇ ਵਿਮਨ ਐਂਡ ਚਾਈਲਡ ਡਿਵੈਲਪਮੈਂਟ ਦੇ, ਅੱਜ ਤੱਕ ਕਿਸੇ ਮੁੱਦੇ ਤੇ ਨਹੀਂ ਇਹ ਬੋਲੇ। ਉਹ ਵੀ ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂਗਾ। ਲੇਕਿਨ ਹੁਣ ਕਹਿੰਦੇ ਜੀ ਮੈਂ ਤਾਂ ਉੱਥੇ DGP ਨੂੰ ਫੋਨ ਕਰ ਲਿਆ, ਉਹਨਾਂ ਨੂੰ ਕਹਿਤਾ ਕਾਰਵਾਈ ਕਰੋ। ਤੇ 3 ਮਹੀਨੇ ਤੁਸੀਂ ਕਿਉਂ ਚੁੱਪ ਰਹੇ, ਕਿਉਂ ਨਹੀਂ ਤੁਸੀਂ ਮੂੰਹ ਖੋਲਿਆ? ਇਹ ਸਾਰੇ ਦੇ ਸਾਰੇ, ਚਾਹੇ ਐਨ ਬਰੇਨ ਸਿੰਘ ਹੋਣ, ਚਾਹੇ ਨੈਸ਼ਨਲ ਕਮਿਸ਼ਨ ਫਾਰ ਵਿਮਨ ਹੋਣ, ਤੇ ਸਾਡਾ ਜਿਹੜਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਆ NHRC, ਉਹ ਕੀ ਕਰ ਰਿਹਾ? ਕਦੇ ਤੁਸੀਂ ਸੁਣਿਆ ਕਿ ਜਿਹੜੇ ਉਹਦੇ ਚੇਅਰਮੈਨ ਲਾਏ ਗਏ ਨੇ ਜਸਟਿਸ ਅਰੁਣ ਮਿਸ਼ਰਾ, ਰਿਟਾਇਰਡ ਨੇ ਉਹ ਸੁਪਰੀਮ ਕੋਰਟ ਤੋਂ, ਉਹਨਾਂ ਨੇ ਅੱਜ ਤੱਕ ਕੀ ਸੰਗਿਆਨ ਲਿੱਤਾ, ਕਿਹੜਾ ਨੋਟਿਸ ਲਿੱਤਾ? ਹੁਣ ਤੁਸੀਂ ਦੇਖੋ ਇਹਨਾਂ ਕੋਲੇ ਏਜੰਸੀਜ਼ ਨੇ, ਇਹ ਕਹਿੰਦੇ ਕਿ ਸਾਨੂੰ ਤਾਂ ਹੁਣ ਪਤਾ ਲੱਗਾ, ਵੀਡੀਓ ਆਇਆ, ਵਾਇਰਲ ਹੋਇਆ, ਸਾਡੇ ਧਿਆਨ ਦੇ ਵਿੱਚ ਆਇਆ। ਤੇ ਇਹਨਾਂ ਦੀ ਇੰਟੈਲੀਜੈਂਸ ਏਜੰਸੀ ਆ ਇੰਟੈਲੀਜੈਂਸ ਬਿਊਰੋ, ਆਪਣੇ ਆਪ ਨੂੰ ਬਹੁਤ ਕਹਿੰਦਾ ਕੌਂਦਾ ਇੰਟੈਲੀਜੈਂਸ ਗੈਦਰਿੰਗ ਕਰਦਾ। ਇਹਨਾਂ ਕੋਲੇ ਰਿਸਰਚ ਐਂਡ ਐਨਾਲਿਸਿਸ ਵਿੰਗ ਆ, ਰॉ ਜਿਹਨੂੰ ਕਹਿੰਦੇ ਆ। ਹਾਲਾਂਕਿ ਇਹਨਾਂ ਦਾ ਕੰਮ ਜ਼ਿਆਦਾ ਬਾਹਰਲਾ ਹੁੰਦਾ। ਇਸੇ ਤਰ੍ਹਾਂ ਇਹਨਾਂ ਦੀਆਂ ਸਟੇਟ ਏਜੰਸੀਜ਼ ਨੇ ਤੇ ਇਹਨਾਂ ਕੋਲੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ ਅਜੀਤ ਡੋਵਲ। ਉਹਨਾਂ ਨੇ ਕੀ ਕੰਮ ਕੀਤਾ ਕਿ ਉਹਨਾਂ ਨੂੰ ਨਹੀਂ ਸੀ ਪਤਾ, ਉਹਨਾਂ ਨੇ ਕੁਝ ਨਹੀਂ ਦੱਸਿਆ ਆਪਣੀ ਸਰਕਾਰ ਨੂੰ, ਭਾਰਤ ਸਰਕਾਰ ਨੂੰ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂ ਅਮਿਤ ਸ਼ਾਹ ਨੂੰ, ਭਾਰਤ ਦੇ ਗ੍ਰਹਿ ਮੰਤਰੀ ਨੂੰ ਇਹ ਕੁਝ ਹੋ ਰਿਹਾ ਕਿ ਸਾਰੇ ਦੇ ਸਾਰੇ ਫੇਲ ਹੋ ਗਏ ਇਸ ਗੱਲ ਤੇ। ਔਰ ਦੂਸਰੇ ਪਾਸੇ ਜਦੋਂ ਇਹਨਾਂ ਕੇਂਦਰੀ ਏਜੰਸੀਆਂ ਦਾ ਵਿਰੋਧੀ ਪਾਰਟੀਆਂ ਦੇ ਖਿਲਾਫ ਇਸਤੇਮਾਲ ਕਰਨਾ ਹੁੰਦਾ, ਉਦੋਂ ਤਾਂ ਇਹ ਬਹੁਤ ਵੱਧ ਚੜ ਕੇ ਕਰਦੀਆਂ। ਕਿਸੇ ਪਾਰਟੀ ਨੂੰ ਤੋੜਨਾ ਹੋਵੇ, ਕਿਸੇ ਲੀਡਰ ਨੂੰ, ਵਿਰੋਧੀ ਲੀਡਰ ਨੂੰ ਗ੍ਰਿਫਤਾਰ ਕਰਨਾ ਹੋਵੇ, ਕਿਸੇ ਨੂੰ ਜੇਲ੍ਹ 'ਚ ਸੁੱਟਣਾ ਹੋਵੇ, ਕਿਸੇ ਨੂੰ ਡਰਾਉਣਾ ਹੋਵੇ, ਧਮਕਾਉਣਾ ਹੋਵੇ, ਤੇ ਫਟਾਫਟ ਤਿਆਰ ਹੋ ਜਾਂਦੇ ਨੇ। ਪਰ ਜਿਹੜੀ ਇਹੋ ਜਿਹੀ ਘਟਨਾ ਲੋਕਾਂ ਦੇ ਨਾਲ ਜਿੰਨਾ ਧੱਕਾ ਮਨੀਪੁਰ ਦੇ ਵਿੱਚ ਹੋਇਆ, ਉੱਥੇ ਸਾਰੇ ਦੇ ਸਾਰੇ ਫੇਲ ਹੋ ਜਾਂਦੇ ਨੇ, ਚੁੱਪ ਕਰ ਜਾਂਦੇ ਨੇ। ਵੈਸੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ, ਮੈਂ ਇਹ ਜ਼ਰੂਰ ਦੱਸੂਗਾ ਕਿ ਇਸ ਐਥਨਿਕ ਵਾਇਲੈਂਸ ਦਾ, ਇਹ ਜਿਹੜੀ ਮਨੀਪੁਰ ਦੇ ਵਿੱਚ ਹੋਈ ਆ, ਇਹਦਾ ਮੂਲ ਕਾਰਨ ਕੀ ਆ, ਕਿਉਂਕਿ ਇਹ ਜਾਣਨਾ ਵੀ ਸਾਡੇ ਲਈ ਬਹੁਤ ਜ਼ਰੂਰੀ ਆ। ਦਰਅਸਲ ਉੱਥੇ ਇੱਕ ਤਾਂ ਮਾਈਤੀ ਭਾਈਚਾਰਾ, ਜਿਹੜਾ ਮੈਂ ਤੁਹਾਨੂੰ ਦੱਸਿਆ, ਮਾਈਤੀ ਭਾਈਚਾਰਾ ਜਿਹੜਾ ਮਾਈਤੀ ਕਮਿਊਨਿਟੀ ਕਹਿ ਲਓ, ਉਹ ਲਗਭਗ 53% ਆ। 53% ਮਾਈਤੀ ਭਾਈਚਾਰਾ ਤੇ ਜਿਹੜੇ ਕੁਕੀ ਭਾਈਚਾਰਾ ਉੱਥੇ, ਜਾਂ ਜਿਹਨੂੰ ਟਰਾਈਬਲ ਕਮਿਊਨਿਟੀ ਜਾਂ ਆਦੀਵਾਸੀ ਕਹਾਂਗੇ, ਉਹ ਲਗਭਗ 16 ਤੋਂ 17% ਆ।
ਤੇ ਇਸ ਤੋਂ ਇਲਾਵਾ ਨਾਗਾਸ ਨੇ ਜਾਂ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਆਦੀਵਾਸੀ ਗਰੁੱਪ ਨੇ ਤੇ ਜਿਹੜਾ ਮੈਤੀ ਭਾਈਚਾਰਾ ਜਾਂ ਮੈਤੀ ਟ੍ਰਾਈਬਲ ਕਮਿਊਨਿਟੀ ਕਹਿ ਲਓ, ਇਹ ਸਭ ਤੋਂ ਵੱਧ ਆ 53% ਤੇ ਸਭ ਤੋਂ ਜ਼ਿਆਦਾ ਖੁਸ਼ਹਾਲ ਵੀ ਇਹੀ ਆ। ਇਕਨੋਮਿਕਲੀ ਵੈਲ ਆਫ ਆ, ਇਹਨਾਂ ਦਾ ਜ਼ਿਆਦਾਤਰ ਭਾਈਚਾਰਾ ਵਧੀਆ ਕੰਮ ਕਰਦਾ, ਉਹਨਾਂ ਕੋਲੇ ਵਧੀਆ ਜੌਬਸ ਨੇ, ਇਹ ਸਾਰਾ ਕੁਝ। ਜਦ ਕਿ ਜਿਹੜਾ ਕੂਕੀ ਸਮੁਦਾਇ ਆ ਜਾਂ ਜਿਹੜਾ ਇਹ ਟ੍ਰਾਈਬਲ ਕਮਿਊਨਿਟੀ ਆ, ਇਹ ਜ਼ਿਆਦਾਤਰ ਜੰਗਲਾਂ 'ਚ ਰਹਿੰਦਾ, ਹਿਲਸ ਦੇ ਵਿੱਚ ਰਹਿੰਦਾ, ਪਹਾੜੀਆਂ 'ਚ ਰਹਿੰਦਾ, ਨਾਗਾਸ ਜਾਂ ਹੋਰ ਵੀ ਬਹੁਤ ਸਾਰੇ। ਔਰ ਇੱਥੇ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਜਿਹੜੇ ਕੂਕੀ ਨੇ ਜਾਂ ਜਿਹੜੇ ਹੋਰ ਇਸ ਤਰ੍ਹਾਂ ਦੇ ਟ੍ਰਾਈਬਲਸ ਨੇ ਜਿਹੜੇ ਹਿਲਸ ਦੇ ਵਿੱਚ ਰਹਿੰਦੇ ਨੇ, ਪਹਾੜਾਂ 'ਚ ਰਹਿੰਦੇ ਨੇ, ਜੰਗਲਾਂ 'ਚ ਰਹਿੰਦੇ ਨੇ, ਇਹ ਜ਼ਿਆਦਾਤਰ ਕ੍ਰਿਸਚਨਸ ਨੇ। ਇਹ ਧਿਆਨ ਨਾਲ ਗੱਲ ਸੁਣਨ ਵਾਲੀ ਆ। ਤੇ ਜਿਹੜੇ ਮਾਈਤੀ ਨੇ ਮੈਂ ਤੁਹਾਨੂੰ ਦੱਸਿਆ, ਇਹ ਜ਼ਿਆਦਾਤਰ ਇਹਨਾਂ 'ਚੋਂ ਹਿੰਦੂ ਨੇ, ਕੁਝ ਕ੍ਰਿਸਚਨਸ ਵੀ ਹੈਗੇ ਨੇ। ਹੁਣ ਹੋਇਆ ਇਹ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਦਹਾਕਿਆਂ ਤੋਂ ਇਹ ਗੱਲ ਚੱਲ ਰਹੀ ਆ ਕਿ ਮਾਈਤੀ ਸਮੁਦਾਇ ਇਹ ਚਾਹੁੰਦਾ, ਇਹ ਕਮਿਊਨਿਟੀ ਚਾਹੁੰਦੀ ਸੀ ਕਿ ਸਾਨੂੰ ਸ਼ਡਿਊਲ ਟ੍ਰਾਈਬ ਦਾ ਸਟੇਟਸ ਮਿਲੇ। ਤੇ ਪਿਛਲੇ ਦਿਨਾਂ ਦੇ ਵਿੱਚ 3 ਮਈ ਤੋਂ ਪਹਿਲਾਂ ਦੀ ਮੈਂ ਗੱਲ ਕਰਦਾ ਕਿ ਮਨੀਪੁਰ ਦੇ ਹਾਈ ਕੋਰਟ ਨੇ ਇਹ ਗੱਲ ਕਹਿਤੀ ਕਿ ਕੇਂਦਰ ਸਰਕਾਰ ਨੂੰ ਇੱਕ ਤਰ੍ਹਾਂ ਦੀ ਸਿਫਾਰਿਸ਼ ਕਰਤੀ ਕਿ ਜਿਹੜੀ ਮੈਤੀ ਕਮਿਊਨਿਟੀ ਜਾਂ ਮੈਤੀ ਭਾਈਚਾਰਾ, ਇਸ ਦੀ ਤੁਸੀਂ ਇੱਕ ਤਰ੍ਹਾਂ ਦੀ ਸਿਫਾਰਿਸ਼ ਮੰਨ ਲਓ ਜਾਂ ਸਿਫਾਰਿਸ਼ ਕਰਕੇ ਇਹ ਦੱਸੋ ਕਿ ਇਹਨਾਂ ਨੂੰ ਸ਼ਡਿਊਲ ਟ੍ਰਾਈਬ ਦਾ ਸਟੇਟਸ ਦੇਣਾ ਚਾਹੀਦਾ ਜਾਂ ਨਹੀਂ ਦੇਣਾ ਚਾਹੀਦਾ। ਬਲਕਿ ਮਨੀਪੁਰ ਦੇ ਹਾਈ ਕੋਰਟ ਨੇ ਕਹਿਤਾ ਕਿ ਇੱਕ ਤਰ੍ਹਾਂ ਦੀ ਇਹ ਸਿਫਾਰਿਸ਼ ਕੀਤੀ ਜਾਂਦੀ ਆ ਕਿ ਇਹਨਾਂ ਨੂੰ ਸ਼ਡਿਊਲ ਟ੍ਰਾਈਬ ਦਾ ਸਟੇਟਸ ਦੇ ਦਿੱਤਾ ਜਾਵੇ। ਇਸ ਚੀਜ਼ ਨੂੰ ਲੈ ਕੇ ਇਹ ਇੱਕ ਤਰ੍ਹਾਂ ਦਾ ਇਮੀਡੀਏਟ, ਜਿਹਨੂੰ ਟ੍ਰਿਗਰ ਕਹਿੰਦੇ ਆ, ਇੱਕੋ ਦਮ ਜਿਹੜੀ ਚੀਜ਼ ਬਾਕੀ ਭਾਈਚਾਰਿਆਂ ਨੂੰ, ਕੁਕੀ ਹੋਏ, ਨਾਗਾ ਹੋਏ ਜਾਂ ਹੋਰ ਜਿਹੜੇ ਛੋਟੇ ਛੋਟੇ ਟ੍ਰਾਈਬਸ ਆ, ਉਹਨਾਂ ਨੂੰ ਬਹੁਤ ਇਹ ਗੁੱਸਾ ਆਇਆ। ਉਹਨਾਂ ਨੂੰ ਲੱਗਾ ਸਾਡੇ ਤਾਂ ਅਧਿਕਾਰ ਮਾਰੇ ਜਾਣਗੇ। ਹਾਲਾਂਕਿ ਕੁਕੀਆਂ ਕੋਲੇ ਆਲਰੇਡੀ ਜਿਹੜਾ ਸ਼ਡਿਊਲ ਟ੍ਰਾਈਬ ਦਾ ਸਟੇਟਸ ਹੈ, ਜਾਂ ਜਿਹੜੇ ਉੱਥੇ ਬਾਕੀ ਹੋਰ ਛੋਟੇ ਛੋਟੇ ਟ੍ਰਾਈਬਸ ਨੇ ਜਾਂ ਆਦੀਵਾਸੀ ਨੇ, ਉਹਨਾਂ ਕੋਲੇ ਇਹ ਸਟੇਟਸ ਹੈ। ਨਾਲ ਦੀ ਨਾਲ ਤੁਸੀਂ ਦੇਖੋ, ਜਦੋਂ ਇਹ ਗੱਲ ਖੁੱਲ੍ਹ ਕੇ ਸਾਹਮਣੇ ਆਈ, ਮੈਂ ਥੋੜ੍ਹਾ ਜਿਹਾ ਇਹ ਦੱਸਦਾ ਕਿ ਜਦੋਂ ਸ਼ਡਿਊਲ ਟ੍ਰਾਈਬ ਦਾ ਕਿਸੇ ਨੂੰ ਸਟੇਟਸ ਮਿਲ ਜੇ ਮੈਤੀਆਂ ਨੂੰ ਮਿਲ ਜਾਂਦਾ, ਜਿਹੜੇ ਆਲਰੇਡੀ ਖੁਸ਼ਹਾਲ ਨੇ, ਉਹਨਾਂ ਨੂੰ ਇੱਕ ਤਾਂ ਜਿਹੜੇ ਜੰਗਲ ਦੇ ਵਿੱਚ ਕਿੰਨਾ ਸਾਰਾ ਫੋਰੈਸਟ ਏਰੀਆ ਜਿਹੜਾ ਉੱਥੇ ਜਾਂ ਜੰਗਲਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਲੈਂਡ ਸੀ, ਉਸ ਦੀ ਉਹਨਾਂ ਨੂੰ ਐਕਸੈਸ ਮਿਲ ਜਾਂਦੀ, ਯਾਨੀ ਕਿ ਉਹ ਉਹਨਾਂ ਨੂੰ ਮਿਲਣ ਲੱਗ ਜਾਂਦੇ। ਦੂਸਰਾ, ਉਹਨਾਂ ਨੂੰ ਬੈਂਕ ਲੋਨ ਸੀ ਜਿਹੜੇ, ਉਹ ਚੀਪ ਰੇਟ ਤੇ ਮਿਲਦੇ, ਘੱਟ ਰੇਟ ਤੇ ਮਿਲਦੇ, ਯਾਨੀ ਕਿ ਉਹਨਾਂ ਦਾ ਵਿਆਜ ਉਹਨਾਂ ਨੂੰ ਘੱਟ ਦੇਣਾ ਪੈਂਦਾ। ਹੈਲਥ ਦੇ ਵਿੱਚ, ਐਜੂਕੇਸ਼ਨ ਦੇ ਵਿੱਚ ਵੀ ਉਹਨਾਂ ਨੂੰ ਕਾਫੀ ਹੱਦ ਤੱਕ ਸਹੂਲਤਾਂ ਮਿਲਣੀਆਂ ਸੀ। ਇਸੇ ਤਰ੍ਹਾਂ ਸਰਕਾਰੀ ਜੌਬਸ ਉਹ ਵੀ ਉਹਨਾਂ ਨੂੰ ਮਿਲਣੀਆਂ ਸੀ। ਤੇ ਹੁਣ ਜਿਹੜੀ ਗੱਲ ਮੇਨ ਆਈ, ਜਦੋਂ ਕੂਕੀਆਂ ਨੂੰ ਇਹ ਪਤਾ ਲੱਗਾ, ਜਾਂ ਨਾਗਾ ਜਿਹੜੇ ਆਦੀਵਾਸੀ ਸੀ, ਨਾਗਾ ਆਦੀਵਾਸੀ, ਉਹਨਾਂ ਨੂੰ ਪਤਾ ਲੱਗਾ, ਜਾਂ ਜਿਹੜੇ ਹੋਰ ਛੋਟੇ ਛੋਟੇ ਟ੍ਰਾਈਬਸ ਆ, ਉਹ ਗੁੱਸੇ ਦੇ ਵਿੱਚ ਆ ਗਏ। ਇਸ ਤੋਂ ਬਾਅਦ ਹੀ ਇਹਦਾ ਜਿਹੜਾ ਵਿਰੋਧ ਆ ਉਹ ਸ਼ੁਰੂ ਹੋਇਆ। ਹੁਣ ਤੁਸੀਂ ਦੇਖੋ, ਆਲ ਟ੍ਰਾਈਬਲ ਸਟੂਡੈਂਟਸ ਯੂਨੀਅਨ ਮਨੀਪੁਰ, ATSUM ਇਹਦੀ ਸ਼ਾਰਟ ਫਾਰਮ ਆ, ਇਹਨਾਂ ਨੇ 3 ਮਈ ਨੂੰ, ਇਹ ਸਾਰੇ ਕੌਣ ਸੀ? ਇਹ ਕਾਫੀ ਸਾਰੇ ਕੁਕੀ ਆਦੀਵਾਸੀ ਸੀ, ਇਸ ਤਰ੍ਹਾਂ ਨਾਗਾ ਆਦੀਵਾਸੀ ਸੀ ਜਾਂ ਹੋਰ ਆਦੀਵਾਸੀ ਸੀ, ਇਹਨਾਂ ਨੇ ਮਿਲ ਕੇ ਇੱਕ ਮਾਰਚ ਕੱਢਿਆ 3 ਮਈ ਨੂੰ। ਮੈਤੀ ਭਾਈਚਾਰੇ ਨੂੰ ਜੋ ਸ਼ਡਿਊਲ ਟ੍ਰਾਈਬ ਦਾ ਮਨੀਪੁਰ ਦਾ ਹਾਈ ਕੋਰਟ ਦਾ ਫੈਸਲਾ ਸੀ, ਉਸ ਦੇ ਖਿਲਾਫ ਇਹਨਾਂ ਨੇ ਆਪਣਾ ਗੁੱਸਾ ਪ੍ਰਗਟ ਕੀਤਾ। ਔਰ ਜਿਸ ਤਰ੍ਹਾਂ ਹੀ ਇਹਨਾਂ ਨੇ ਇਹ ਮਾਰਚ ਕੱਢਿਆ ਤੇ 3 ਮਈ ਤੋਂ ਹੀ ਇਹ ਜਿਹੜੀ ਵਾਇਲੈਂਸ ਸੀ ਉਹ ਸ਼ੁਰੂ ਹੋ ਗਈ, ਕਿਉਂਕਿ ਦੁਕਾਨਾਂ ਸੜਨ ਲੱਗ ਗਈਆਂ, ਜਿੰਨੇ ਲੋਕਾਂ ਦੇ ਵਾਹਨ ਖੜੇ ਸੀ ਉਹਨਾਂ ਤੇ ਪੱਥਰਬਾਜ਼ੀ ਸ਼ੁਰੂ ਹੋ ਗਈ, ਜਿਹੜਾ ਵੀ ਇੱਕ ਦੂਸਰੇ ਵੱਲ ਦੇਖਦਾ ਸੀ ਉਹਨਾਂ ਨੂੰ ਫੜ ਕੇ ਕੁੱਟਿਆ ਮਾਰਿਆ ਜਾਂਦਾ ਸੀ, ਕਈਆਂ ਨੂੰ ਫੜ ਕੇ ਪੁਲਿਸ ਨੂੰ ਫੜਾਇਆ ਜਾਂਦਾ ਸੀ। ਪੁਲਿਸ ਦਾ ਜਿਹੜਾ ਪੱਖਪਾਤ ਉੱਥੇ ਰਿਹਾ, ਉਹ ਵੀ ਪਿਛਲੇ ਦਿਨਾਂ ਦੇ ਵਿੱਚ ਜ਼ਿਕਰ ਦੇ ਵਿੱਚ ਆਇਆ। ਹੁਣ ਤੁਹਾਨੂੰ ਮੈਂ ਦੱਸਦਾ ਕਿ ਉੱਥੋਂ ਦੇ ਗਵਰਨਰ ਨੇ, ਲੇਡੀ ਗਵਰਨਰ ਆ ਅਨਸੂਈਆ ਉਈਕੇ। ਅਨਸੂਈਆ ਉਈਕੇ ਮਨੀਪੁਰ ਦੇ ਗਵਰਨਰ ਨੇ ਵੀ ਕਈ ਵਾਰੀ ਭਾਰਤ ਸਰਕਾਰ ਨੂੰ ਲਿਖਿਆ ਕਿ ਇੱਥੇ ਆਪਸ ਦੇ ਵਿੱਚ ਵੱਖਰੇ ਵੱਖਰੇ ਜਿਹੜੇ ਭਾਈਚਾਰੇ ਨੇ ਜਾਂ ਆਦੀਵਾਸੀ ਗਰੁੱਪ ਨੇ, ਉਹ ਲੜ ਰਹੇ ਨੇ, ਲਗਾਤਾਰ ਹਿੰਸਾ ਵੱਧ ਰਹੀ ਹੈ ਤੇ ਇਸ ਹਿੰਸਾ ਨੂੰ ਆ ਕੇ ਰੋਕਿਆ ਜਾਵੇ। ਕਿਸੇ ਨੇ ਇਸ ਗਵਰਨਰ ਦੀ ਨਹੀਂ ਸੁਣੀ। ਤੁਸੀਂ ਦੇਖਿਆ ਹੋਣਾ, ਵਿਰੋਧੀ ਜਿੱਥੇ ਗਵਰਨਮੈਂਟਸ ਨੇ ਜਾਂ ਜਿੱਥੇ ਵਿਰੋਧੀ ਸਰਕਾਰਾਂ ਨੇ, ਉੱਥੇ ਗਵਰਨਰਸ ਦੀ ਇੰਟਰਫੇਰੈਂਸ ਕਿੰਨੀ ਰਹਿੰਦੀ ਆ ਤੇ ਉਹਨਾਂ ਚੀਜ਼ਾਂ ਨੂੰ ਬੜਾ ਹਾਈਲਾਈਟ ਕੀਤਾ ਜਾਂਦਾ। ਇੱਥੇ ਤਾਂ ਭਾਰਤੀ ਜਨਤਾ ਪਾਰਟੀ ਦੀ ਆਪਣੀ ਸਰਕਾਰ ਸੀ, ਆਪਣਾ ਗਵਰਨਰ ਸੀ, ਔਰ ਆਪਣਾ ਹੀ ਗਵਰਨਰ ਉਹਨਾਂ ਨੂੰ ਇਹ ਸਾਰਾ ਕੁਝ ਦੱਸ ਰਿਹਾ ਸੀ
क्योंकि इल्ज़ाम ये भी आ एन बरेन सिंह मुख मंत्री है जिहड़े ਉਹ मैती समाज तो आउंदे ने, ਜਿਹੜਾ कि उत्थे बहु गिणती ਦੇ ਵਿੱਚ ਆ, ਜਿਹੜਾ कि सब तो ਵੱਧ ਆ खुशहाल आ, ਤੇ ਇਸ ਕਰਕੇ ਕਿਤੇ ਨਾ ਕਿਤੇ ਇਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦੇ ਆ ਕਿ ਇਹਨਾਂ ਨੇ ਜਾਣ ਬੁੱਝ ਕੇ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਔਰ ਇਸ ਹਿੰਸਾ ਨੂੰ ਹੋਰ ਹਵਾ ਦਿੱਤੀ। ਤੁਸੀਂ ਦੇਖੋ ਜਿਹੜੀ 4 ਮਈ ਦੀ ਘਟਨਾ ਹੋਈ ਸੀ, ਇੱਕ ਚੀਜ਼ ਹੋਰ ਜਿਹੜੀ ਉਜਾਗਰ ਹੋਈ ਆ, 18 ਮਈ ਨੂੰ ਇਹਦੀ FIR ਦਰਜ ਹੋ ਗਈ ਸੀ। 18 ਮਈ ਨੂੰ ਤੇ FIR ਦਰਜ ਹੋ ਗਈ ਸੀ ਤੇ ਕੀ ਮੁੱਖ ਮੰਤਰੀ ਨੂੰ ਨਹੀਂ ਸੀ ਪਤਾ, ਕੀ ਉੱਥੋਂ ਦੇ DGP ਨੂੰ ਨਹੀਂ ਸੀ ਪਤਾ ਜਾਂ ਉੱਥੋਂ ਦੀ ਪੁਲਿਸ ਨੂੰ ਨਹੀਂ ਸੀ ਪਤਾ? ਤਾਂ ਜਿਨ੍ਹਾਂ ਦਿਨਾਂ ਦੇ ਵਿੱਚ ਅਮਿਤ ਸ਼ਾਹ ਗ੍ਰਹਿ ਮੰਤਰੀ ਗਏ ਨੇ ਭਾਰਤ ਦੇ, ਉਹਨਾਂ ਨੂੰ ਇਹ ਗੱਲ ਕਿਉਂ ਨਹੀਂ ਦੱਸੀ ਗਈ ਜਾਂ ਉਹਨਾਂ ਨੂੰ ਕੀ ਦੱਸੀ ਗਈ ਆ ਤੇ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ? ਇਹਨਾਂ ਚੀਜ਼ਾਂ ਤੇ ਵੀ ਗੌਰ ਕਰਨਾ ਪਊਗਾ। ਸੋ ਤੁਸੀਂ ਹੁਣ ਦੇਖੋ ਇਹ ਐਥਨਿਕ ਕਲੈਸ਼ਸ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਮੈਤੀ ਭਾਈਚਾਰਾ ਕਾਫੀ ਹਿੰਦੂ ਭਾਈਚਾਰਾ, ਉਹਦੇ ਵਿੱਚ ਕਾਫੀ ਹਿੰਦੂ ਭਾਈਚਾਰੇ ਦੇ ਲੋਕ ਨੇ, ਪਰ ਦੂਸਰੇ ਪਾਸੇ ਜਿਹੜੇ ਕੂਕੀ ਨੇ ਜਾਂ ਨਾਗਾਸ ਨੇ ਜਾਂ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਇੱਕ ਹੋਰ ਕਮਿਊਨਿਟੀ ਮੈਂ ਤੁਹਾਨੂੰ ਦੱਸਾਂ ਚਿੰਨ, ਇਹ ਜ਼ਿਆਦਾਤਰ ਮਿਆਂਮਾਰ ਤੋਂ ਆਏ ਨੇ, ਬਰਮਾ ਤੋਂ ਆਏ ਨੇ। ਇਹਨਾਂ ਤੇ ਵੀ ਕਿਸੇ ਨਾ ਕਿਸੇ ਤਰ੍ਹਾਂ ਦਾ ਜਦੋਂ ਤਸ਼ੱਦਦ ਹੋਇਆ ਤੇ ਕੂਕੀ ਭਾਈਚਾਰੇ ਨੂੰ ਪਸੰਦ ਨਹੀਂ ਆਇਆ ਤੇ ਇਸ ਕਰਕੇ, ਕਿਉਂਕਿ ਇਹ ਜ਼ਿਆਦਾਤਰ ਭਾਈਚਾਰਾ ਕ੍ਰਿਸਚੀਅਨਸ ਦਾ, ਇੱਥੇ ਇੱਕ ਗੱਲ ਹੋਰ ਆਉਂਦੀ ਆ। ਆਰਕ ਬਿਸ਼ਪ ਨੇ ਇੰਫਾਲ ਦੇ ਉਹਨਾਂ ਨੇ ਦੱਸਿਆ ਕਿ 250 ਤੋਂ ਲੈ ਕੇ 300 ਚਰਚ ਸਾੜਤਾ, ਗਿਰਜੇ ਘਰ ਸਾੜਤੇ, ਜਿਨ੍ਹਾਂ ਦੀ ਗਿਣਤੀ ਹੁਣ ਹੌਲੀ ਹੌਲੀ ਹੋਰ ਖਬਰਾਂ ਆ ਰਹੀਆਂ ਨੇ ਕਿ 350 ਤੋਂ ਲੈ ਕੇ 400 ਤੱਕ ਵੀ ਹੋ ਸਕਦੀ ਆ। ਕੱਲਾ ਇਹੀ ਨਹੀਂ, ਜਦੋਂ ਤੋਂ ਮਨੀਪੁਰ ਦੀ ਹਿੰਸਾ ਦਾ ਮਾਮਲਾ ਇੰਟਰਨੈਸ਼ਨਲ ਬਣ ਗਿਆ, ਅੰਤਰਰਾਸ਼ਟਰੀ ਪੱਧਰ ਤੇ ਪਹੁੰਚ ਗਿਆ। ਤੁਸੀਂ ਯਾਦ ਕਰੋ ਜੂਨ ਦੇ ਅਖੀਰਲੇ ਹਫ਼ਤੇ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਅਮਰੀਕਾ ਦੇ ਵਿੱਚ ਸੀ, ਅਮਰੀਕਾ ਦੇ ਵਿੱਚ ਉਹ ਗਏ ਸੀ, ਜੋ ਬਾਈਡਨ ਉੱਥੋਂ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਇਹਨਾਂ ਨੂੰ ਇਨਵਾਈਟ ਕੀਤਾ ਸੀ ਔਰ ਭਾਰਤ ਦੇ ਪ੍ਰਧਾਨ ਮੰਤਰੀ US ਦੇ ਵਿੱਚ ਸਟੇਟ ਗੈਸਟ ਦੇ ਵਜੋਂ ਗਏ ਸੀ। ਉਸ ਦੌਰਾਨ ਮਨੀਪੁਰ ਮੂਲ ਦੀਆਂ ਔਰਤਾਂ ਨੇ ਜਿਹੜੀਆਂ ਅਮਰੀਕਾ ਦੇ ਵਿੱਚ ਰਹਿੰਦੇ ਨੇ, ਉਹਨਾਂ ਨੇ ਤਖਤੀਆਂ ਲੈ ਕੇ, ਬੈਨਰਸ ਲੈ ਕੇ, ਪਲੇਕਾਰਡਸ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕੀਤਾ ਸੀ। ਉੱਥੇ ਇੱਕ ਵੈਨ ਵੀ ਘੁੰਮ ਰਹੀ ਸੀ ਨਿਊਯਾਰਕ ਦੇ ਵਿੱਚ, ਵਾਸ਼ਿੰਗਟਨ DC ਦੇ ਵਿੱਚ, ਜਿਹਦੇ ਉੱਤੇ ਮਨੀਪੁਰ ਦੀ ਵਾਇਲੈਂਸ ਨੂੰ ਲੈ ਕੇ ਗੱਲ ਕਹੀ ਗਈ ਸੀ। ਉਸ ਤੋਂ ਬਾਅਦ ਭਾਰਤ ਨੇ ਕਿਹਾ ਸੀ ਇਹ ਤਾਂ ਸਾਡਾ ਇੰਟਰਨਲ ਮਾਮਲਾ, ਤੁਸੀਂ ਇਹਦੇ ਵਿੱਚ ਕਿਸ ਤਰ੍ਹਾਂ ਦਖਲਅੰਦਾਜ਼ੀ ਕਰ ਸਕਦੇ ਹੋ? ਖੈਰ ਅੱਗੇ ਆਉਂਦੇ ਆ। ਇਸ ਤੋਂ ਬਾਅਦ 6 ਜੁਲਾਈ ਨੂੰ US ਦੇ ਐਂਬੈਸਡਰ ਨੇ ਭਾਰਤ ਦੇ ਵਿੱਚ, ਜਿਨ੍ਹਾਂ ਦਾ ਨਾਮ ਹੈ ਐਰਿਕ ਗਾਰਸਿਟੀ। ਐਰਿਕ ਗਾਰਸਿਟੀ ਪਿਛਲੇ ਦਿਨਾਂ ਦੇ ਵਿੱਚ ਯਾਨੀ ਕਿ 6 ਜੁਲਾਈ ਨੂੰ ਕੋਲਕਾਤਾ, ਜਾਂ ਜਿਹਨੂੰ ਅਸੀਂ ਕਲਕੱਤਾ ਕਹਿੰਦੇ ਆ, ਵੈਸਟ ਬੰਗਾਲ ਦੇ ਵਿੱਚ ਸੀ ਤੇ ਉੱਥੇ ਉਹਨਾਂ ਨੇ ਕਿਹਾ, ਬੋਲਦੇ ਹੋਏ ਕਹਿੰਦੇ ਸਾਨੂੰ ਮਨੀਪੁਰ ਦੀ ਹਿੰਸਾ ਬਾਰੇ ਜਾਂ ਉੱਥੇ ਜੋ ਵਾਇਲੈਂਸ ਹੋ ਰਹੀ ਆ ਉਸ ਬਾਰੇ ਸਾਨੂੰ ਸਾਰਾ ਕੁਝ ਪਤਾ। ਉੱਥੇ ਮਨੁੱਖੀ ਅਧਿਕਾਰਾਂ ਦਾ ਬਹੁਤ ਘਾਣ ਹੋ ਰਿਹਾ, ਬਹੁਤ ਜ਼ਿਆਦਾ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਆ ਤੇ ਅਸੀਂ ਤਿਆਰ ਆ ਭਾਰਤ ਦੀ ਮਦਦ ਕਰਨ ਲਈ ਜੇ ਭਾਰਤ ਚਾਹੂਗਾ ਤਾਂ। ਕਹਿੰਦੇ ਇਹ ਕੋਈ ਸਟ੍ਰੈਟਜੀਕਲੀ ਅਸੀਂ ਗੱਲ ਨਹੀਂ ਕਰ ਰਹੇ, ਕੇਵਲ ਤੇ ਕੇਵਲ ਹਿਊਮੈਨਿਟੇਰੀਅਨ ਗਰਾਊਂਡਸ ਤੇ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਜੇ ਤੁਸੀਂ ਮਦਦ ਲੈਣਾ ਚਾਹੁੰਦੇ ਤਾਂ ਅਸੀਂ ਮਦਦ ਦੇਣ ਲਈ ਤਿਆਰ ਆ। ਤੇ ਤੁਹਾਨੂੰ ਯਾਦ ਹੋਣਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ, ਇਹ ਮਹਿਕਮਾ ਤਾਂ ਇੱਕੋ ਦਮ ਇਹਨਾਂ ਨੂੰ ਤਾਂ ਗੁੱਸਾ ਹੀ ਬਹੁਤ ਆਇਆ, ਕਹਿੰਦੇ ਇਹ ਤਾਂ ਭਾਰਤ ਦਾ ਇੰਟਰਨਲ ਮਾਮਲਾ, ਤੁਸੀਂ ਕੌਣ ਹੁੰਦੇ ਹੋ ਇਸ ਵਿੱਚ ਦਖਲ ਦੇਣ ਵਾਲੇ? ਇਹ ਤਾਂ ਇੱਕ ਤਰ੍ਹਾਂ ਦਾ ਤੁਹਾਡਾ ਕਲੋਨੀਅਲ ਮਾਈਂਡਸੈਟ ਲੱਗਦਾ। ਖੈਰ ਇੱਥੇ ਮਾਮਲਾ ਨਹੀਂ ਖਤਮ ਹੁੰਦਾ। ਇੱਕ ਹਫ਼ਤੇ ਬਾਅਦ 6 ਜੁਲਾਈ ਨੂੰ US ਦੇ ਜਿਹੜੇ ਭਾਰਤ ਦੇ ਐਂਬੈਸਡਰ ਆ ਐਰਿਕ ਗਾਰਸਿਟੀ ਨੇ ਇਹ ਗੱਲ ਕਹੀ ਤੇ 13 ਜੁਲਾਈ ਨੂੰ ਯੂਰਪੀਅਨ ਯੂਨੀਅਨ ਦੀ ਪਾਰਲੀਮੈਂਟ ਨੇ ਸਟ੍ਰੈਸਬਰਗ ਦੇ ਵਿੱਚ, ਜਿਹੜਾ ਇਸ ਟਾਈਮ ਉੱਥੇ ਜਰਮਨੀ ਦੇ ਵਿੱਚ ਆ, ਫਰਾਂਸ ਦੇ ਵਿੱਚ ਆ, ਫਰਾਂਸ ਦੇ ਜਰਮਨੀ ਦੇ ਬਾਰਡਰ ਤੇ ਫਰਾਂਸ ਦੇ ਵਿੱਚ ਆ, ਪੱਛਮੀ ਫਰਾਂਸ ਦੇ ਵਿੱਚ ਆ, ਉੱਥੇ ਪਾਰਲੀਮੈਂਟ ਆ ਯੂਰਪੀਅਨ ਯੂਨੀਅਨ ਦੀ। ਉੱਥੇ ਇੱਕ ਮਤਾ ਪਾਸ ਹੋ ਜਾਂਦਾ ਮਨੀਪੁਰ ਦੀ ਵਾਇਲੈਂਸ ਨੂੰ ਲੈ ਕੇ। ਪੂਰੇ ਦੇ ਪੂਰੇ ਜਿਹੜੇ ਯੂਰਪੀਅਨ ਯੂਨੀਅਨ ਦੇ, ਜਿਨ੍ਹਾਂ ਨੂੰ ਅਸੀਂ ਮੈਂਬਰ ਪਾਰਲੀਮੈਂਟ ਕਹਿ ਦਈਏ ਜਾਂ ਯੂਰਪੀਅਨ ਮੈਂਬਰਸ ਆਫ ਪਾਰਲੀਮੈਂਟ ਕਹਿ ਲਈਏ, ਇਹ ਜਿਹੜੇ ਯੂਰਪੀਅਨ ਯੂਨੀਅਨ ਦੇ ਪਾਰਲੀਮੈਂਟ ਦੇ ਮੈਂਬਰਸ ਹੁੰਦੇ ਆ, ਮਤਾ ਲੈ ਆਉਂਦੇ ਆ, ਕਹਿੰਦੇ ਜਿਹੜੀ ਭਾਰਤ ਦੇ ਵਿੱਚ ਮਨੀਪੁਰ ਦੀ ਹਿੰਸਾ ਹੋ ਰਹੀ ਆ ਇਸ ਦੀ ਅਸੀਂ ਨਿੰਦਾ ਕਰਦੇ ਆ, ਇਸ ਦੀ ਅਸੀਂ ਆਲੋਚਨਾ ਕਰਦੇ ਆ ਤੇ ਭਾਰਤ ਸਰਕਾਰ ਨੂੰ ਇੱਕ ਤਰ੍ਹਾਂ ਦੀ ਅਪੀਲ ਕਰਦੇ ਆ ਕਿ ਇਸ ਹਿੰਸਾ ਨੂੰ ਰੋਕੇ ਤੇ ਜਿਹੜੇ ਉੱਥੇ ਮਨੁੱਖੀ ਅਧਿਕਾਰਾਂ ਦਾ ਘਨਣ ਹੋ ਰਿਹਾ ਜਾਂ ਹਾਣ ਹੋ ਰਿਹਾ ਉਸ ਚੀਜ਼ ਨੂੰ ਵੀ ਰੋਕਿਆ ਜਾਵੇ। ਭਾਰਤ ਸਰਕਾਰ ਨੂੰ ਇਹ ਵੀ ਨਹੀਂ ਗੱਲ ਪਸੰਦ ਆਈ। ਕਹਿੰਦੇ ਤੁਸੀਂ ਕਹਿ ਕਿਵੇਂ ਦਿੱਤਾ,
ਤੁਹਾਡਾ ਤਾਂ ਫਰਜ਼ ਹੀ ਨਹੀਂ ਬਣਦਾ, ਸਾਡਾ ਇੰਟਰਨਲ ਮਾਮਲਾ। ਗੱਲ ਦਰਅਸਲ ਇਹ ਆਉਂਦੀ ਹੈ ਕਿ ਜਦੋਂ ਵੀ ਕੋਈ ਮਾਮਲਾ ਇੰਟਰਨੈਸ਼ਨਲ ਪੱਧਰ ਤੇ ਜਾਂ ਅੰਤਰਰਾਸ਼ਟਰੀ ਪੱਧਰ ਤੇ ਮਾਮਲਾ ਜਾਂਦਾ, ਇਹਨਾਂ ਨੂੰ ਪਸੰਦ ਨਹੀਂ ਆਉਂਦਾ। ਠੀਕ ਗੱਲ ਆ, ਕਿਸੇ ਵੀ ਮੁਲਕ ਨੂੰ ਨਹੀਂ ਪਸੰਦ ਆਉਣਾ ਚਾਹੀਦਾ ਕਿ ਕੋਈ ਬਾਹਰਲਾ ਮੁਲਕ ਉਹਨਾਂ ਦੇ ਅੰਦਰੂਨੀ ਮਾਮਲੇ ਦੇ ਵਿੱਚ ਦਖਲ ਅੰਦਾਜ਼ੀ ਕਰੇ। ਤੇ ਫਿਰ ਇੱਥੋਂ ਦੀ ਜਿਹੜੀ ਸਰਕਾਰ ਆ, ਚੁਣੀ ਹੋਈ ਸਰਕਾਰ ਆ, ਇਹ ਤਾਂ ਘੱਟੋ ਘੱਟ ਦਖਲ ਅੰਦਾਜ਼ੀ ਕਰੇ, ਇਹ ਤਾਂ ਬੋਲੇ। ਇਹਨਾਂ ਨੂੰ ਕੌਣ ਰੋਕਦਾ ਕਿ ਤੁਸੀਂ ਇਸ ਤੇ ਕਾਰਵਾਈ ਨਾ ਕਰੋ। ਪਰ ਮੈਨੂੰ ਲੱਗਦਾ ਸ਼ਾਇਦ ਭਾਰਤੀ ਜਨਤਾ ਪਾਰਟੀ ਜਾਂ ਕੇਂਦਰ ਦੀ ਸਰਕਾਰ, ਇਹਨਾਂ ਦਾ ਰਵੱਈਆ ਇਸੇ ਤਰ੍ਹਾਂ ਹੀ ਆ। ਇਹ ਕਹਿੰਦੇ ਤਾਂ ਜ਼ਰੂਰ ਆ ਕਿ ਬੇਟੀ ਪੜ੍ਹਾਓ ਬੇਟੀ ਬਚਾਓ, ਅਸੀਂ ਕੁੜੀਆਂ ਦਾ ਬੜਾ ਸਨਮਾਨ ਕਰਦੇ ਹਾਂ, ਅਸੀਂ ਉਹਨਾਂ ਨੂੰ ਚਾਹੁੰਦੇ ਹਾਂ ਕਿ ਉਹ ਵਧੀਆ ਵਧੀਆ ਜਿਹੜੇ ਅਹੁਦੇ ਗ੍ਰਹਿਣ ਕਰਨ ਜਾਂ ਉਹਨਾਂ ਦੀ ਤਰੱਕੀ ਹੋਵੇ, ਪਰ ਅਸਲ ਦੇ ਵਿੱਚ ਇਹ ਕੋਈ ਕੁੜੀਆਂ ਦਾ ਸਨਮਾਨ ਕਰਦੇ ਹੋਏ ਦਿਖਾਈ ਨਹੀਂ ਦਿੰਦੇ। ਇਸੇ ਤਰ੍ਹਾਂ ਦਾ ਕੇਸ ਤੁਸੀਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਲੈ ਲਓ। ਮੈਂ ਤੁਹਾਨੂੰ ਹੁਣ ਕੁਝ ਉਦਾਹਰਨਾਂ ਦਿੰਨਾ ਜਿੱਥੇ ਇਸੇ ਭਾਰਤ ਸਰਕਾਰ ਨੇ, ਜਿਹੜੀ ਇਸ ਟਾਈਮ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ, ਇਹਨੇ ਕੁੜੀਆਂ ਦੇ ਮਾਮਲੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਨਹੀਂ ਲਿਆ। ਬ੍ਰਿਜ ਭੂਸ਼ਣ ਸ਼ਰਨ ਸਿੰਘ ਇਹ ਮੈਂਬਰ ਪਾਰਲੀਮੈਂਟ ਨੇ ਭਾਰਤੀ ਜਨਤਾ ਪਾਰਟੀ ਦੇ, ਯੂਪੀ ਤੋਂ। ਇਹਨਾਂ ਦੇ ਖਿਲਾਫ ਵਿਮਨ ਰੈਸਲਰਸ ਨੇ ਕਿੰਨੇ ਸੰਗੀਨ ਦੋਸ਼ ਲਾਏ ਸੈਕਸੁਅਲ ਅਬਿਊਜ਼ ਦੇ, ਕਿਸ ਤਰ੍ਹਾਂ ਇਹਨਾਂ ਨੇ ਕੁੜੀਆਂ ਨੂੰ ਸੈਕਸੁਅਲੀ ਐਕਸਪਲੋਇਟ ਕੀਤਾ। ਬਾਅਦ ਦੇ ਵਿੱਚ ਸੁਪਰੀਮ ਕੋਰਟ ਦੀ ਇੰਟਰਵੈਂਸ਼ਨ ਹੈ, ਭਾਰਤ ਸਰਕਾਰ ਨੇ ਕੁਝ ਨਹੀਂ ਕੀਤਾ, ਦਿੱਲੀ ਪੁਲਿਸ ਨੇ ਕੁਝ ਨਹੀਂ ਕੀਤਾ। ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਇਹਨਾਂ ਨੂੰ FIR ਜਬਰਨ ਜਿਹੜੀ ਆ ਉਹ ਦਰਜ ਕਰਨੀ ਪਈ, ਕੇਸ ਦਰਜ ਕਰਨਾ ਪਿਆ। ਕੇਸ ਤਾਂ ਇਹਨਾਂ ਨੇ 2 FIRs ਦਰਜ ਕਰ ਲੀਆਂ, ਪਰ ਇਹਨਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਤੇ ਕਿਸੇ ਤਰ੍ਹਾਂ ਦਾ ਕੋਈ ਕਾਰਵਾਈ ਨਹੀਂ ਕੀਤੀ। ਇਹ ਵੀ ਤੁਸੀਂ ਦੇਖੋ, ਆਖਿਰਕਾਰ ਇਸ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ, ਜਿਹਦੇ ਖਿਲਾਫ 15 ਜੂਨ ਨੂੰ ਦਿੱਲੀ ਪੁਲਿਸ ਨੇ ਇੱਕ ਚਾਰਜਸ਼ੀਟ ਫਾਈਲ ਕੀਤੀ ਸੀ, ਹੁਣ ਉੱਥੋਂ ਦੇ ਐਡੀਸ਼ਨਲ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਨੇ ਹਰਜੀਤ ਸਿੰਘ ਜਸਪਾਲ, ਇਹਨਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਪਰਮਾਨੈਂਟ ਜਾਂ ਰੈਗੂਲਰ ਜਾਂ ਪੱਕੀ ਬੇਲ ਦੇ ਦਿੱਤੀ ਆ। ਹੁਣ ਦਿੱਲੀ ਪੁਲਿਸ ਦੇ ਰੋਲ ਤੇ ਵੀ ਆਉਨੇ ਆ। ਦਿੱਲੀ ਪੁਲਿਸ ਨੇ 15 ਜੂਨ ਨੂੰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਬੜੇ ਬੇਮਨ ਦੇ ਨਾਲ ਚਾਰਜਸ਼ੀਟ ਫਾਈਲ ਕੀਤੀ ਸੀ, ਤੇ ਹੁਣ ਲੱਗਦਾ ਸੀ ਕੋਰਟ ਦੇ ਵਿੱਚ ਜਦੋਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਜ਼ਮਾਨਤ ਆ ਤੇ ਇਸ ਦਾ ਉਹ ਵਿਰੋਧ ਕਰਨਗੇ। ਪਰ ਕੱਲ ਅਦਾਲਤ ਦੇ ਵਿੱਚ ਦਿੱਲੀ ਪੁਲਿਸ ਨੇ ਇਸ ਬੇਲ ਦਾ ਵਿਰੋਧ ਨਹੀਂ ਕੀਤਾ। ਕਹਿੰਦੇ ਕਿ ਇਸ ਅਕਿਊਜ਼ ਨੂੰ, ਯਾਨੀ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਕਾਨੂੰਨ ਦੇ ਹਿਸਾਬ ਨਾਲ ਦੇਖ ਲਓ। ਬਲਕਿ ਤੁਸੀਂ ਦੇਖੋ, ਜਿਹੜੇ ਐਡੀਸ਼ਨਲ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਹਰਜੀਤ ਸਿੰਘ ਜਸਪਾਲ ਨੇ ਇਹ ਪੁੱਛਿਆ ਵੀ ਦਿੱਲੀ ਪੁਲਿਸ ਤੋਂ, ਕਹਿੰਦੇ ਤੁਸੀਂ ਬੇਲ ਨੂੰ ਸਪੋਰਟ ਕਰ ਰਹੇ ਹੋ ਕਿ ਇਹਨੂੰ ਅਪੋਜ਼ ਕਰ ਰਹੇ ਹੋ, ਇਸ ਦਾ ਸਮਰਥਨ ਕਰ ਰਹੇ ਹੋ ਕਿ ਵਿਰੋਧ ਕਰ ਰਹੇ ਹੋ? ਤੁਸੀਂ ਕੁਝ ਸਾਫ਼ ਨਹੀਂ ਕੀਤਾ। ਕਹਿੰਦੇ ਜੀ ਇਹ ਦਿੱਲੀ ਪੁਲਿਸ ਕਹਿ ਰਹੀ ਆ, ਦਿੱਲੀ ਪੁਲਿਸ ਦਾ ਜਿਹੜਾ ਲਾਇਰ ਆ ਉਹ ਕਹਿ ਰਿਹਾ, ਕਹਿੰਦੇ ਜੀ ਨਾ ਤਾਂ ਅਸੀਂ ਸਮਰਥਨ ਕਰ ਰਹੇ ਆ ਤੇ ਨਾ ਹੀ ਅਸੀਂ ਵਿਰੋਧ ਕਰ ਰਹੇ ਆ, ਬਸ ਤੁਸੀਂ ਅਕਿਊਜ਼ ਨੂੰ, ਯਾਨੀ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਕਾਨੂੰਨ ਦੇ ਹਿਸਾਬ ਨਾਲ ਦੇਖ ਲਓ। ਇਹ ਹਾਲਾਤ ਨੇ ਕਿ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਦਿੱਲੀ ਪੁਲਿਸ ਖੁਦ ਇਸ ਬੇਲ ਦਾ ਵਿਰੋਧ ਨਾ ਕਰ ਰਹੀ ਹੋਵੇ ਤੇ ਕੀ ਇਹ ਸਜ਼ਾ ਦਿਵਾਊਗੀ? ਇਹਨੇ ਤਾਂ FIR ਤੱਕ ਨਹੀਂ ਸੀ ਕੀਤੀ। ਹੁਣ ਤੁਸੀਂ ਅਗਲੇ ਕੇਸ ਤੇ ਆ ਜਾਓ। ਸਿਰਸਾ ਡੇਰਾ ਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇਸ ਟਾਈਮ ਸਜ਼ਾ ਜ਼ਾਫਤਾ ਮੁਜਰਮ ਆ, ਬਲਾਤਕਾਰੀ ਆ, ਕਾਤਿਲ ਆ, ਕਿਉਂਕਿ ਬਲਾਤਕਾਰ ਦੇ ਮਾਮਲੇ ਦੇ ਵਿੱਚ ਵੀ ਉਸ ਨੂੰ ਸਜ਼ਾ ਹੋਈ ਹੋਈ ਹੈ ਤੇ ਕਤਲ ਦੇ ਮਾਮਲੇ ਦੇ ਵਿੱਚ, ਬਲਕਿ ਇੱਕ ਕਤਲ ਨਹੀਂ 2 ਕਤਲਾਂ ਦੇ ਮਾਮਲੇ ਦੇ ਵਿੱਚ ਵੀ। ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਉਹਦੇ ਆਪਣੀ ਸ਼ਰਧਾਲੂ ਕੁੜੀਆਂ ਸੀ ਜਿਹੜੀਆਂ, ਉਹਨਾਂ ਦੇ ਰੇਪ ਦੇ ਕੇਸ ਵਿੱਚ 2 ਕੁੜੀਆਂ ਦੇ, ਉਸ ਵਿੱਚ ਵੀ ਸਜ਼ਾ ਹੋਈ ਆ। ਯਾਨੀ ਕਿ ਇਹ ਜਿਹੜਾ ਡੇਰਾ ਮੁਖੀ ਆ ਇਹ ਬਲਾਤਕਾਰੀ ਵੀ ਆ ਤੇ ਇਹ ਕਾਤਲ ਵੀ ਆ। ਪਰ ਇਸ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ, ਹਰਿਆਣੇ ਦੀ ਸਰਕਾਰ ਬਾਰ-ਬਾਰ ਕਦੇ ਫਰਲੋ ਦਿੰਦੀ ਆ, ਕਦੇ ਪੈਰੋਲ ਦੇ ਦਿੰਦੀ ਆ। ਹੁਣ ਫਿਰ ਬੀਤੇ ਕੱਲ ਇਸ ਨੂੰ ਸ਼ਾਮ ਨੂੰ 5 ਵਜੇ ਛੱਡਤਾ, 30 ਦਿਨਾਂ ਦੀ ਪੈਰੋਲ ਆ ਤੇ ਨਾਲ ਕਿਹਾ 15 ਅਗਸਤ ਨੂੰ ਇਹਦਾ ਜਨਮ ਦਿਨ ਆ, ਜਾ ਕੇ ਬਾਗਪਤ ਉੱਤਰ ਪ੍ਰਦੇਸ਼ ਦੇ ਵਿੱਚ, ਜਿੱਥੇ ਬਰਨਾਵਾ ਨਾਮ ਦਾ ਇਹਦਾ ਉੱਥੇ ਇੱਕ ਆਸ਼ਰਮ ਆ, ਉੱਥੇ ਜਾ ਕੇ ਇਹ ਰਹਿ ਸਕਦਾ। ਪਹਿਲਾਂ ਵੀ ਕਿੰਨੀ ਵਾਰੀ ਜਦੋਂ ਪੈਰੋਲ ਮਿਲੀ ਆ, ਫਰਲੋ ਮਿਲੀ ਆ, ਇਹ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਕਿਸ ਤਰ੍ਹਾਂ ਉੱਥੋਂ ਆਪਣੇ ਸਤਸੰਗ ਕਰਦਾ ਰਿਹਾ, ਕਿਸ ਤਰ੍ਹਾਂ ਉਹਨਾਂ ਦਾ ਪ੍ਰਸਾਰਨ ਕਰਦਾ ਰਿਹਾ, ਉਹ ਵੀ ਆਪਾਂ ਨੂੰ ਪਤਾ। ਤੁਸੀਂ ਸੋਚ ਸਕਦੇ ਹੋ ਉਹਨਾਂ ਕੁੜੀਆਂ ਦੀ ਹਾਲਤ ਜਿਨ੍ਹਾਂ ਨੇ ਇੰਨਾ ਲੰਮਾ ਕੇਸ ਲੜਿਆ ਹੋਵੇ, ਜਿਨ੍ਹਾਂ ਨੇ ਘੱਟੋ ਘੱਟ ਹਿੰਮਤ ਕੀਤੀ ਹੋਵੇ ਇਸ ਬਾਬੇ ਦੇ ਖਿਲਾਫ, ਇਸ ਡੇਰਾ ਮੁਖੀ ਦੇ ਖਿਲਾਫ ਆਵਾਜ਼ ਚੁੱਕਣ ਦੀ ਕਿ ਇਹ ਇੱਕ ਬਲਾਤਕਾਰੀ ਆ। ਤੁਸੀਂ ਸੋਚ ਸਕਦੇ ਹੋ
ਉਹ ਜਿਹੜਾ ਡੇਰੇ ਦਾ ਮੈਨੇਜਰ ਸੀ ਜਿਹਨੇ ਇਹਦੇ ਖਿਲਾਫ ਆਵਾਜ਼ ਚੁੱਕੀ ਸੀ, ਜਾਂ ਉਸ ਤੋਂ ਬਾਅਦ ਉਹਦਾ ਕਤਲ ਹੋ ਗਿਆ। ਤੁਸੀਂ ਸੋਚ ਸਕਦੇ ਹੋ ਉਸ ਪੱਤਰਕਾਰ ਦਾ ਜਿਹਦਾ ਕਤਲ ਹੋ ਗਿਆ, ਜਿਹਨੇ ਆਵਾਜ਼ ਚੁੱਕੀ ਸੀ। ਅੱਜ ਉਹਨਾਂ ਦੇ ਪਰਿਵਾਰ ਕੀ ਸੋਚਦੇ ਹੋਣਗੇ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਰਿਆਣੇ ਦੀ ਬਾਰ-ਬਾਰ ਇੱਕ ਬਲਾਤਕਾਰੀ ਨੂੰ ਤੇ ਇਸੇ ਤਰ੍ਹਾਂ ਦੂਸਰੇ ਪਾਸੇ ਇੱਕ ਕਾਤਿਲ ਨੂੰ ਕਿਸ ਤਰ੍ਹਾਂ ਇਹ ਬਾਰ-ਬਾਰ ਛੱਡੀ ਜਾਂਦੇ ਆ। ਫਿਰ ਤਾਂ ਇਹਨੂੰ ਜੇਲ੍ਹ ਤੋਂ ਬਾਹਰ ਹੀ ਰੱਖ ਲਓ, ਜੇਲ੍ਹ 'ਚ ਰੱਖਣ ਦੀ ਲੋੜ ਵੀ ਕੀ ਆ। ਤੇ ਕੀ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ ਇਸ ਸਮਾਜ ਨੂੰ, ਇਸ ਸੁਸਾਇਟੀ ਨੂੰ, ਤਾਂ ਕਿ ਕੁੜੀਆਂ ਜਾਂ ਜਿਹੜੇ ਇਸ ਤਰ੍ਹਾਂ ਦੇ ਪੀੜਿਤ ਵਿਅਕਤੀ ਆ ਉਹ ਕੇਸ ਲੜਨਾ ਛੱਡ ਦੇਣ। ਕੱਲਾ ਇਹੀ ਨਹੀਂ ਆ, ਤੁਸੀਂ ਇਹ ਵੀ ਦੇਖੋ, ਮੈਨੂੰ ਅੱਜ ਵੀ ਯਾਦ ਆ ਕਥੂਆ ਰੇਪ ਕੇਸ। 8 ਸਾਲ ਦੀ ਉਹ ਕੁੜੀ ਸਨ 2018 ਦੇ ਵਿੱਚ ਕਿਸ ਤਰ੍ਹਾਂ ਉਹਨੂੰ ਚੱਕ ਲਿਆ ਗਿਆ ਸੀ, ਕਿਡਨੈਪ ਕਰ ਲਿਆ ਗਿਆ ਸੀ, ਬਾਅਦ ਦੇ ਵਿੱਚ ਉਹਦਾ ਬਲਾਤਕਾਰ ਹੋਇਆ ਤੇ ਬਾਅਦ ਦੇ ਵਿੱਚ ਤੁਹਾਨੂੰ ਯਾਦ ਆ ਉਹਦਾ ਕਤਲ ਵੀ ਹੋ ਗਿਆ ਸੀ। ਤੇ ਕਿਸ ਤਰ੍ਹਾਂ ਉੱਥੇ ਭਾਰਤੀ ਜਨਤਾ ਪਾਰਟੀ ਦੇ ਉਦੋਂ ਮਹਿਬੂਬਾ ਮੁਫਤੀ ਦੀ ਸਰਕਾਰ ਸੀ ਹਜੇ, ਔਰ ਭਾਰਤੀ ਜਨਤਾ ਪਾਰਟੀ ਉਹਦਾ ਹਿੱਸਾ ਸੀ। ਉਹਨਾਂ ਦੇ 2 ਮੰਤਰੀ ਬਲਕਿ ਇਹਨਾਂ ਬਲਾਤਕਾਰੀਆਂ ਦੀ, ਇਹਨਾਂ ਕਾਤਲਾਂ ਦੀ ਸਪੋਰਟ ਕਰ ਰਹੇ ਸੀ। ਇਹ ਭਾਰਤੀ ਜਨਤਾ ਪਾਰਟੀ ਦਾ ਕਿਰਦਾਰ ਆ। ਇਸ ਤੋਂ ਅਗਲੇ ਕੇਸ ਤੇ ਆ ਜਾਓ, ਬਿਲਕਿਸ ਬਾਨੋ। ਉਹ ਬਿਲਕਿਸ ਬਾਨੋ ਗੁਜਰਾਤ ਦੀ ਰਹਿਣ ਵਾਲੀ, ਜੋ ਸਨ 2002 ਦੇ ਦੰਗਿਆਂ ਦਾ, ਗੁਜਰਾਤ ਦੰਗਿਆਂ ਦੀ ਹਿੰਸਾ ਦਾ ਜਿਹੜਾ ਇੱਕ ਸ਼ਿਕਾਰ ਹੋਈ। ਉਸ ਤੋਂ ਬਾਅਦ ਕਿਸ ਤਰ੍ਹਾਂ ਉਹਦੇ ਪਰਿਵਾਰ ਦੇ ਜੀਆਂ ਨੂੰ ਮਾਰਤਾ, ਉਹਦਾ ਕੁੱਛੜ ਦੇ ਵਿੱਚ 3 ਸਾਲਾਂ ਦਾ ਬੱਚਾ ਸੀ ਉਸ ਨੂੰ ਮਾਰਤਾ, ਤੇ ਉਸ ਤੋਂ ਬਾਅਦ 11 ਵਿਅਕਤੀਆਂ ਨੂੰ ਕਤਲ ਤੇ ਬਲਾਤਕਾਰ ਦੇ ਮਾਮਲੇ ਦੇ ਵਿੱਚ ਸਜ਼ਾਵਾਂ ਹੁੰਦੀਆਂ ਨੇ। ਗੁਜਰਾਤ ਦੀ ਸਰਕਾਰ ਉਹਨਾਂ ਨੂੰ ਸਜ਼ਾਵਾਂ ਹੋਣ ਤੋਂ ਪਹਿਲਾਂ ਛੱਡ ਦਿੰਦੀ ਹੈ, ਇਹਨਾਂ 11 ਵਿਅਕਤੀ ਨੂੰ, ਪਿਛਲੇ 15 ਅਗਸਤ ਨੂੰ। ਤੇ ਹੁਣ ਇਹ ਮਾਮਲਾ ਇਸ ਟਾਈਮ ਸੁਪਰੀਮ ਕੋਰਟ ਦੇ ਵਿੱਚ ਆ। ਅਗਲੇ ਆਉਣ ਵਾਲੀ 7 ਅਗਸਤ ਨੂੰ ਇਹਦੀ ਸੁਣਵਾਈ ਆ। ਪਰ ਤੁਸੀਂ ਦੱਸੋ, ਜਿਹੜੇ ਇਹ 11 ਵਿਅਕਤੀ ਜਦੋਂ ਇਹਨਾਂ ਨੂੰ ਛੱਡਿਆ ਗਿਆ ਸੀ, ਹੋਰ ਵੀ ਹੈਰਾਨ ਕਰਨ ਵਾਲੀ ਗੱਲ ਆ ਕਿ ਇਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਸਮਰਥਕਾਂ ਨੇ ਹਾਰ ਪਾ ਕੇ ਇਹਨਾਂ ਦਾ ਸਵਾਗਤ ਕੀਤਾ ਸੀ, ਜਿਵੇਂ ਕਿ ਬਹੁਤ ਵੱਡੀ ਕੋਈ ਜੰਗ ਜਿੱਤ ਕੇ ਆਏ ਹੋਣ। ਜਦੋਂ ਇਸ ਤਰ੍ਹਾਂ ਦਾ ਮਾਹੌਲ ਰਹੇਗਾ, ਇੱਕ ਪਾਰਟੀ ਬਾਰ-ਬਾਰ ਇਹਨਾਂ ਬਲਾਤਕਾਰੀਆਂ ਨੂੰ, ਇਹਨਾਂ ਕਾਤਲਾਂ ਨੂੰ ਇਸ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਇਹਨਾਂ ਦਾ ਸਵਾਗਤ ਕਰੂਗੀ, ਇਹਨਾਂ ਨੂੰ ਜੇਲ੍ਹਾਂ ਚੋਂ ਬਾਹਰ ਕੱਢ ਕੇ ਲਿਆਊਗੀ, ਇਹਨਾਂ ਦਾ ਸਮਰਥਨ ਕਰੂਗੀ, ਔਰ ਦੂਸਰੇ ਪਾਸੇ ਜਿਹੜੀਆਂ ਕੁੜੀਆਂ ਇਹਨਾਂ ਦੇ ਖਿਲਾਫ ਲੜਾਈ ਲੜਦੀਆਂ ਜਾਂ ਜਿਹੜੇ ਲੋਕ ਇਹਨਾਂ ਦੇ ਖਿਲਾਫ ਲੜਦੇ ਨੇ, ਉਹਨਾਂ ਨੂੰ ਇੱਕ ਤਰ੍ਹਾਂ ਜ਼ਲੀਲ ਕਰੂਗੀ। ਤੇ ਤੁਸੀਂ ਆਪ ਸਮਝ ਸਕਦੇ ਹੋ ਕਿ ਸਾਡਾ ਜਿਹੜਾ ਮੁਲਕ ਆ ਉਹ ਕਿਹੜੇ ਪਾਸੇ ਨੂੰ ਜਾ ਰਿਹਾ। ਕਿਉਂ ਨਹੀਂ ਇਸ ਪਾਰਟੀ ਦੀ ਰੱਜ ਕੇ ਆਲੋਚਨਾ ਹੋਣੀ ਚਾਹੀਦੀ। ਵੈਸੇ ਮੈਂ ਤੁਹਾਨੂੰ ਜਾਂਦੇ ਜਾਂਦੇ ਇਹ ਵੀ ਦੱਸਦਾ ਕਿ ਅੱਜ ਸੁਪਰੀਮ ਕੋਰਟ ਦੇ ਵਿੱਚ ਰਾਹੁਲ ਗਾਂਧੀ ਦਾ ਕੇਸ ਆਇਆ ਸੀ, ਕਿਉਂਕਿ ਉਹ ਚਾਹੁੰਦੇ ਸੀ ਕਿ ਉਹਨਾਂ ਦੀ ਜਿਹੜੀ ਕਨਵਿਕਸ਼ਨ ਹੋਈ ਹੈ, ਜਿਹੜੀ ਉਹਨਾਂ ਨੂੰ ਸਜ਼ਾ ਹੋਈ ਆ, ਇੱਕ ਡੈਫੇਮੇਸ਼ਨ ਦੇ ਕੇਸ ਦੇ ਵਿੱਚ, ਮਾਨਹਾਨੀ ਦੇ ਕੇਸ ਦੇ ਵਿੱਚ 2 ਸਾਲ ਦੀ ਸਜ਼ਾ ਹੋਈ ਆ, ਉਸ ਸਜ਼ਾ ਤੇ ਸੁਪਰੀਮ ਕੋਰਟ ਰੋਕ ਲਾਵੇ। ਅੱਜ ਉਸ ਕੇਸ ਨੂੰ 4 ਅਗਸਤ ਤੱਕ ਮੁਲਤਵੀ ਕਰ ਦਿੱਤਾ ਗਿਆ। ਅਭਿਸ਼ੇਕ ਮਨੂ ਸਿੰਘਵੀ, ਜਿਹੜੇ ਇਸ ਟਾਈਮ ਰਾਹੁਲ ਗਾਂਧੀ ਦੇ ਵਕੀਲ ਨੇ, ਉਹਨਾਂ ਨੇ ਇਹ ਗੱਲ ਕਹੀ ਸੀ ਸੁਪਰੀਮ ਕੋਰਟ ਦੇ ਵਿੱਚ ਕਿ ਰਾਹੁਲ ਗਾਂਧੀ ਦੇ 122 ਦਿਨ ਖਰਾਬ ਹੋ ਗਏ ਆ ਆਲਰੇਡੀ, ਸੋ ਇਸ ਕਰਕੇ ਜਲਦੀ ਤੋਂ ਜਲਦੀ ਇਹਨਾਂ ਦੀ ਜਿਹੜੀ ਸਜ਼ਾ ਉਸ ਤੇ ਰੋਕ ਲੱਗੇ, ਤਾਂ ਕਿ ਇਹਨਾਂ ਦੀ ਮੈਂਬਰਸ਼ਿਪ ਆ ਪਾਰਲੀਮੈਂਟ ਦੀ ਉਹ ਬਹਾਲ ਕੀਤੀ ਜਾ ਸਕੇ। ਪਰ ਕੋਰਟ ਨੂੰ ਲੱਗਾ ਕਿ ਹਜੇ ਇਸ ਦੇ ਵਿੱਚ ਗੁਜਰਾਤ ਸਰਕਾਰ ਦਾ ਤੇ ਨਾਲ ਹੀ ਪੁਰਨੇਸ਼ ਮੋਦੀ, ਜਿਨ੍ਹਾਂ ਨੇ ਇਹ ਕੇਸ ਫਾਈਲ ਕੀਤਾ ਸੀ, ਜਿਨ੍ਹਾਂ ਨੇ ਡੈਫੇਮੇਸ਼ਨ ਮਾਨਹਾਨੀ ਦਾ ਕੇਸ ਦਾਇਰ ਕੀਤਾ ਸੀ, ਉਹਨਾਂ ਨੂੰ ਵੀ ਨੋਟਿਸ ਜਾਰੀ ਕੀਤਾ ਤਾਂ ਕਿ ਉਹ ਆਪਣਾ ਜਵਾਬ ਦੇ ਸਕਣ। ਹੁਣ ਉਹ 4 ਅਗਸਤ ਤੱਕ ਕੀ ਜਵਾਬ ਦਿੰਦੇ ਨੇ ਤੇ ਸੁਪਰੀਮ ਕੋਰਟ ਇਸ ਉੱਤੇ ਕੀ ਫੈਸਲਾ ਲੈਂਦਾ, ਇਹ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਾਣੋਗੇ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।